ਸਤਨਾਮ ਵਾਹਿਗੁਰੂ ਸਾਹਿਬ ਜੀਓ। ਫਲ ਗੁਣ ਆਨੰਦ ਉਪਾਰਜਨਾ, ਹਰ ਸੱਜਣ ਪ੍ਰਗਟੇ ਆਏ। ਸੰਤ ਸਹਾਈ RAM ਕੇ, ਕਰ ਕਿਰਪਾ ਦਿਆ ਮਿਲਾਏ। ਫਲ ਗੁਣ ਆਨੰਦ ਉਪਾਰਜਨਾ, ਹਰ ਸੱਜਣ ਪ੍ਰਗਟੇ ਆਏ। ਸੰਤ ਸਹਾਈ RAM ਕੇ, ਕਰ ਕਿਰਪਾ ਦਿਆ ਮਿਲਾਏ। ਸੇਜ ਸੁਹਾਵੀ ਸਰਬ ਸੁਖ, ਹੁਣ ਦੁੱਖਾਂ ਨਾਹੀ ਜਾਏ। ਇਛ ਪੁੰਨੀ ਬੜ ਪਗਣੀ, ਬਰ ਪਾਇਆ ਹਰ ਰਾਏ। ਮਿਲ ਸਹੀਆ ਮੰਗਲ ਗਾਵਹੀ, ਗੀਤ ਗੋਬਿੰਦ ਅਲਾਏ। ਹਰ ਜੇਹਾ ਅਵਰ ਨਾ ਦਿਸਈ, ਕੋਈ ਦੂਜਾ ਲਭੈ ਨ ਲਾਏ। ਹਲਤ ਪਲਤ ਸਵਾਰਿਓਨ, ਨਿਹਚਲ ਦਿੱਤੀਨ ਜਾਏ। ਸੰਸਾਰ ਸਾਗਰ ਤੇ ਰਖਿਅਨ, ਬਹੁੜ ਨ ਜਨਮੈ ਧਾਏ। ਜਿਹਬਾ ਏਕ ਅਨੇਕ ਗੁਣ, ਤਰੇ ਨਾਨਕ ਚਰਣੀ ਪਾਏ। ਫਲ ਗੁਣ ਨਿਤ ਸਲਾਹੀਐ, ਜਿਸਨੂੰ ਤਿਲ ਨਾ ਤਮਾਏ। ਫਲ ਗੁਣ ਨਿਤ ਸਲਾਹੀਐ, ਜਿਸਨੂੰ ਤਿਲ ਨਾ ਤਮਾਏ। ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ, ਆਓ ਮਨਾਂ ਦੀਆਂ ਖਿੰਡੀਆਂ ਹੋਈਆਂ ਬਿਰਤੀਆਂ ਨੂੰ ਕਰੀਏ ਇਕਾਗਰ, ਕਰੀਏ ਰਸਨਾ ਪਵਿੱਤਰ ਤੇ ਬੋਲੀਏ ਸਾਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਕਰਮਾਂ ਵਾਲੇ ਆ, ਭਾਗਾਂ ਵਾਲੇ ਆ, ਕਿਉਂਕਿ ਗੁਰਬਾਣੀ ਦਾ ਫਰਮਾਨ ਆ, ਬਿਨ ਭਾਗਾਂ ਸਤ ਸੰਗ ਨ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਓ। ਮਨ ਨੂੰ ਸੱਚ ਦੀ ਸੰਗਤ ਤੋਂ ਬਿਨਾਂ ਮੈਲ ਲੱਗਦੀ ਰਹਿੰਦੀ ਹੈ, ਮੈਲ ਲੱਗਦੀ ਰਹਿੰਦੀ ਹੈ, ਅਤੇ ਮਨੁੱਖ ਦਾ ਜਿਹੜਾ ਵਿਛੋੜਾ ਪਰਮਾਤਮਾ ਤੋਂ ਪਿਆ ਹੋਇਆ ਉਹ ਵੱਧਦਾ ਜਾਂਦਾ ਅਤੇ ਮਨੁੱਖ ਤਿੰਨਾਂ ਗੁਣਾਂ ਦੇ ਵਿੱਚ ਹੀ ਆਪਣਾ ਜੀਵਨ ਬਤੀਤ ਕਰਕੇ ਇੱਥੋਂ ਚਲਿਆ ਜਾਂਦਾ। ਮਨ ਨੂੰ ਧੋਣ ਦਾ, ਮਨ ਦਾ ਇਸ਼ਨਾਨ ਕਰਾਉਣ ਦਾ ਇੱਕੋ ਇੱਕ ਤਰੀਕਾ ਕਿ ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਾਉ। ਅੰਦਰਲੇ ਤੀਰਥ ਤੇ ਭਾਈ ਇਸ ਮਨ ਨੂੰ ਇਸ਼ਨਾਨ ਕਰਾਉਣਾ। ਹੁਣੇ ਜਿਹੜਾ ਆਪਾਂ ਸ਼ਬਦ ਸਰਵਣ ਕੀਤਾ, 12 ਮਾਹਾ ਮਾਝ ਮਹੱਲਾ ਪੰਜਵਾਂ, ਜੋ 12 ਮਾਹਾਂ ਦਾ ਪਾਠ ਹੈ, ਪੰਜਵੇਂ ਪਾਤਸ਼ਾਹ ਜੀ ਦੇ ਮੁਬਾਰਕ ਮੁਖ ਵਿੱਚੋਂ ਫਰਮਾਨ ਕੀਤਾ ਹੋਇਆ ਹੈ। 12 ਮਹੀਨਿਆਂ ਦੇ ਬਾਰੇ ਸਾਨੂੰ ਸਮਝਾਇਆ ਗਿਆ ਹੈ ਕਿ ਕੀ ਕਰਨਾ ਹੈ, ਕਿਉਂਕਿ ਅੱਜ ਗੁਰਮੁਖ ਪਿਆਰਿਓ ਫੱਗਣ ਦਾ ਮਹੀਨਾ ਸ਼ੁਰੂ ਹੋ ਰਿਹਾ, ਮਾਘ ਦਾ ਮਹੀਨੇ ਦੀ ਸਮਾਪਤੀ ਹੋ ਗਈ ਹੈ। ਸਤਿਗੁਰੂ ਸੱਚੇ ਪਾਤਸ਼ਾਹ ਸਾਰਿਆਂ 'ਤੇ ਕਿਰਪਾ ਕਰਨ, ਖੁਸ਼ੀਆਂ ਖੇੜੇ ਬਖਸ਼ਣ, ਤੰਦਰੁਸਤੀ ਆਨੰਦਿਤ ਜੀਵਨ ਬਖਸ਼ਿਸ਼ ਕਰਨ। ਇਹਨਾਂ ਮਹੀਨਿਆਂ ਦੇ ਰਾਹੀਂ ਸਾਨੂੰ ਗੁਰਬਾਣੀ ਕੀ ਸਮਝਾ ਰਹੀ ਹੈ, ਇਹ ਆਪਾਂ ਗੱਲ ਨੂੰ ਜ਼ਰੂਰ ਸਮਝਣਾ, ਕਿਉਂਕਿ ਗੁਰਬਾਣੀ ਦਾ ਮੇਨ ਮਕਸਦ ਹੈ ਮਨਮੁਖ ਤੋਂ ਗੁਰਮੁਖ ਬਣਾਉਣਾ,
ਸਾਡਾ ਅੰਦਰਲਾ ਦੁੱਖ ਆ ਜਿਹੜਾ ਵਿਛੋੜਾ ਉਹ ਖਤਮ ਕਰਨਾ, ਸਾਡੀ ਆਤਮਾ ਅਤੇ ਪਰਮਾਤਮਾ ਦਾ ਮਿਲਾਪ ਕਰਾਉਣਾ, ਸਾਨੂੰ ਸਚਿਆਰ ਬਣਾਉਣਾ, ਚੰਗੇ ਮਨੁੱਖ ਬਣਾਉਣਾ। ਕਿਉਂਕਿ ਪਹਿਲਾ ਸਵਾਲ ਹੀ ਇਹੀ ਹੈ ਕਿ ਕਿਵ ਸਚਿਆਰਾ ਹੋਈਐ, ਕਿਵ ਕੂੜੈ ਟੁੱਟੈ ਪਾਲ, ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ। ਉਹ ਪਰਮਾਤਮਾ ਵਾਹਿਗੁਰੂ ਤੋਂ ਆਕੀ ਨਹੀਂ ਹੋਣਾ, ਉਹਦੇ ਹੁਕਮ ਤੋਂ ਬਾਹਰ ਨਹੀਂ ਚੱਲਣਾ, ਉਹਦੇ ਹੁਕਮ ਦੇ ਮੁਤਾਬਕ ਚੱਲ ਕੇ। ਕਿਉਂਕਿ ਜਦੋਂ ਅਸੀਂ ਕਿਸੇ ਦੇਸ਼ ਦੇ ਕਾਨੂੰਨਾਂ ਦੇ ਉਲਟ ਚੱਲਦੇ ਹਾਂ ਤਾਂ ਸਾਨੂੰ ਦੁੱਖ ਪ੍ਰਾਪਤ ਹੁੰਦਾ। ਜੇ ਉਸ ਦੇਸ਼ ਦੇ ਕਾਨੂੰਨਾਂ ਦੇ ਮੁਤਾਬਕ ਚੱਲਦੇ ਹਾਂ ਤਾਂ ਸਾਨੂੰ ਕੋਈ ਮੁਸ਼ਕਲ ਨਹੀਂ ਆਉਂਦੀ। ਇਸੇ ਤਰ੍ਹਾਂ ਗੁਰਮੁਖ ਪਿਆਰਿਓ, ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਅੱਲਾ ਬੀਠਲ ਗੋਡ ਸੁਪਰੀਮ ਪਾਵਰ, ਜੋ ਖੰਡਾਂ ਬ੍ਰਹਿਮੰਡਾਂ ਦਾ ਮਾਲਕ ਆ, ਉਹ ਪਰਮਾਤਮਾ ਦੇ ਹੁਕਮ ਦੇ ਵਿੱਚ ਇਹੋ ਜਿਹੀਆਂ ਧਰਤੀਆਂ ਪਤਾ ਨਹੀਂ ਕਿੰਨੀਆਂ ਕਿੰਨੇ ਕੁ ਸੂਰਜ ਆ, ਕੀ ਕੁਝ ਉਹ ਪਰਮਾਤਮਾ ਵਾਹਿਗੁਰੂ ਦੇ ਹੁਕਮ ਦੇ ਵਿੱਚ ਚੱਲ ਰਿਹਾ। ਸਾਰਾ ਸੰਸਾਰ, ਸਾਰਾ ਕੁਝ ਉਹਦੇ ਹੁਕਮ ਦੇ ਵਿੱਚ ਚੱਲ ਰਿਹਾ, ਅਤੇ ਇੱਕ ਮਨੁੱਖ ਹੀ ਹੈ ਜਿਹੜਾ ਉਹਦੇ ਹੁਕਮ ਤੋਂ ਆਕੀ ਹੋ ਜਾਂਦਾ। ਮਨੁੱਖ ਉਹਦੇ ਹੁਕਮ ਤੋਂ ਆਕੀ ਨਾ ਹੋਵੇ, ਹੁਕਮ ਦੇ ਵਿੱਚ ਚੱਲੇ, ਆਨੰਦਿਤ ਜੀਵਨ ਬਤੀਤ ਕਰਕੇ ਇੱਥੋਂ ਜਾਵੇ, ਲੋਕ ਸੁਖੀਏ ਅਤੇ ਪ੍ਰਲੋਕ ਸਹੇਲੇ ਵਾਲਾ ਮਨੁੱਖ ਦਾ ਜੀਵਨ ਹੋਵੇ, ਤਾਂ ਮਨੁੱਖ ਨੂੰ ਗੁਰੂ ਦੇ ਨਾਲ ਜੁੜਨਾ ਬਹੁਤ ਜ਼ਰੂਰੀ ਹੈ। ਸਾਡੇ ਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ। ਗੁਰੂ ਦਾ ਅਰਥ ਹੁੰਦਾ, ਗੁਰਮੁਖ ਪਿਆਰਿਓ, ਗੂ ਦਾ ਅਰਥ ਹੈ ਹਨੇਰਾ ਅਤੇ ਰੂਹ ਦਾ ਅਰਥ ਹੈ ਚਾਨਣ। ਜਿਹੜਾ ਗੁਰੂ ਨਾਲ ਜੁੜ ਜਾਂਦਾ ਹੈ, ਜਿਹੜਾ ਗੁਰਬਾਣੀ ਨਾਲ ਜੁੜ ਜਾਂਦਾ ਹੈ, ਉਹਦੇ ਅੰਦਰ ਚਾਨਣ ਹੋਣਾ ਜ਼ਰੂਰੀ ਹੈ, ਲਾਜ਼ਮੀ ਹੈ। ਕਿਉਂਕਿ ਗੁਰਬਾਣੀ ਇਸ ਜਗ ਮਹਿ ਚਾਨਣ, ਕਰਮ ਵਸੈ ਮਨ ਆਏ। ਗੁਰਬਾਣੀ ਜਦੋਂ ਵਸ ਗਈ ਅੰਦਰ, ਤਾਂ ਅੰਦਰੋਂ ਪ੍ਰਕਾਸ਼ ਹੋ ਜਾਣਾ, ਅੰਦਰੋਂ ਚਾਨਣ ਹੋ ਜਾਣਾ, ਆਤਮਿਕ ਗਿਆਨ ਹੋ ਜਾਣਾ। ਨਿਤ ਨਿਤ ਗੁਰਬਾਣੀ ਦੇ ਪੜ੍ਹਨ ਦੇ ਨਾਲ ਸਾਡੇ ਅੰਦਰੋਂ ਫਰਕ ਪੈਣਾ। ਅਸੀਂ ਆਪਣੇ ਆਪ ਨਾਲ ਜੂਝਣਾ, ਆਪਣੇ ਵਿਕਾਰਾਂ ਦੇ ਨਾਲ ਲੜਨਾ। ਜਾ ਕੋ ਹਰ ਰੰਗ ਲਾਗੋ ਇਸ ਯੁਗ ਮੈਂ ਹੈ, ਸੋ ਕਹੀਏ ਹੈ ਸੂਰਾ। ਐਸੇ ਸੂਰਮੇ ਬਣਨਾ ਕਿ ਅਸੀਂ ਆਪਣੇ ਅੰਦਰਲੇ ਔਗਣਾਂ ਦੇ ਨਾਲ ਲੜ ਕੇ ਇੱਕ ਅੰਦਰੋਂ ਵਧੀਆ ਜਿਹੜਾ ਹੈ ਸਤਿਗੁਰ ਕੈ ਜਨਮੈ ਗਗਨ ਮਟਾਇਆ ਵਾਲਾ ਜੀਵਨ ਪ੍ਰਾਪਤ ਕਰਨਾ। ਇਹਦੇ ਵਾਸਤੇ ਗੁਰੂ ਦੇ ਨਾਲ ਜੁੜਨਾ ਅਤੇ ਗੁਰੂ ਦੀ ਗੱਲ ਨੂੰ ਮੰਨਣਾ ਬਹੁਤ ਜ਼ਰੂਰੀ ਹੈ। ਸੋ ਫੱਗਣ ਦੇ ਮਹੀਨੇ ਦੇ ਵਿੱਚ ਵੀ ਇਹੀ ਸਾਨੂੰ ਸਿੱਖਿਆ ਦਿੱਤੀ ਜਾ ਰਹੀ ਹੈ। ਪਿਛਲੇ ਮਹੀਨੇ ਦੇ ਵਿੱਚ ਵੀ, ਮਾਘ ਦੇ ਮਹੀਨੇ ਦੇ ਵਿੱਚ ਵੀ ਇਹੀ ਸਮਝਾਇਆ ਗਿਆ ਸੀ। ਆਪਾਂ ਹੁਣ ਜਿਵੇਂ ਕਲਾਸ ਦੇ ਵਿੱਚ ਬੈਠਦੇ ਆ ਵਿਦਿਆਰਥੀ, ਉਸ ਤੋਂ ਬਾਅਦ ਇੱਕ ਛੋਟਾ ਜਿਹਾ ਟੈਸਟ ਵੀ ਹੁੰਦਾ ਬੱਚਿਆਂ ਦਾ। ਆਪਾਂ ਪਿਛਲੇ ਮਹੀਨੇ ਤੋਂ ਜੁੜੇ ਹੋਏ ਹਾਂ, ਵਾਹਿਗੁਰੂ ਦੀ ਕਿਰਪਾ ਦੇ ਨਾਲ ਇੱਕ ਛੋਟਾ ਜਿਹਾ ਆਪਣਾ ਹੁਣ ਟੈਸਟ ਵੀ ਹੋਵੇਗਾ, ਜੋ ਪਿਛਲੇ ਮਹੀਨੇ ਦੇ ਵਿੱਚ ਆਪਾਂ ਨੂੰ ਸਮਝਾਇਆ ਸੀ ਕਿ ਆਪਾਂ ਕੀਤਾ। ਜੇ ਨਹੀਂ ਕੀਤਾ ਤਾਂ ਫਿਰ ਆਪਣਾ ਉਹ ਕੰਮ ਕਰਨਾ ਜੋ ਗੁਰੂ ਜੀ ਕਹਿ ਰਹੇ ਹਨ। ਸੁਣਿਆ ਮੰਨਿਆ ਮਨ ਕੀਤਾ ਭਾਓ, ਅੰਤਰਗਤ ਤੀਰਥ ਮਲ ਨਾਉ। ਪਿਛਲੇ ਮਹੀਨੇ ਦੇ ਵਿੱਚ ਵੀ ਇਹੀ ਸਮਝਾਇਆ ਗਿਆ ਸੀ ਕਿ ਮਾਘ ਮੰਜਨ ਸੰਗ ਸਾਧੂਆਂ, ਧੂੜੀ ਕਰ ਇਸ਼ਨਾਨ। ਮਾਘ ਦੇ ਮਹੀਨੇ ਦੇ ਵਿੱਚ ਭਾਈ ਤੂੰ ਮਨ ਦਾ ਇਸ਼ਨਾਨ ਕਰਾਉਣਾ। ਸਾਧੂਆਂ ਦੀ ਧੂੜੀ, ਗੁਰੂ ਕੌਣ ਆ? ਗੁਰੂ ਸਾਧੂ ਆ। ਸਾਡਾ ਸਾਰਾ ਕੁਝ ਗੁਰੂ ਆ। ਇਹਨਾਂ ਦੀ ਗੁਰੂ ਦੇ ਚਰਨਾਂ ਦੀ ਧੂੜੀ ਪ੍ਰਾਪਤ ਕਰਨੀ ਹੈ। ਜਿਹੜਾ ਸਾਧੂਆਂ ਦੀ ਧੂੜੀ ਦਾ ਅਰਥ ਹੈ ਗੁਰੂ ਦੇ ਉਪਦੇਸ਼ਾਂ ਨੂੰ ਗ੍ਰਹਿਣ ਕਰਨਾ ਅਤੇ ਆਤਮਿਕ ਇਸ਼ਨਾਨ ਕਰਨਾ, ਗੁਰਬਾਣੀ ਨਾਲ ਸਿੱਖਾਂ 'ਤੇ ਜੁੜਨਾ। ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਾਉ। ਇਹ ਗਿਆਨ ਦਾ, ਧੂੜੀ ਦਾ, ਸਾਧੂਆਂ ਦੀ ਧੂੜੀ ਦਾ, ਗੁਰੂ ਦੇ ਗਿਆਨ ਦਾ ਇਸ਼ਨਾਨ ਕਰਨਾ ਸੀ। ਹਰ ਕਾ ਨਾਮ ਧਿਆਏ ਸੁਣ ਸਭਨਾ ਨੂੰ ਕਰ ਦਾਨ। ਪਰਮਾਤਮਾ ਦਾ ਨਾਮ ਧਿਆਨ ਦੇ ਨਾਲ ਸੁਣਨਾ, ਮਨ ਨੇ
ਤੇ ਫਿਰ ਉਸ ਤੋਂ ਬਾਅਦ ਅੱਗੇ ਸਾਰੇ ਅੰਗਾਂ ਨੂੰ ਦਾਨ ਕਰਨਾ, ਅੱਖਾਂ ਨੂੰ, ਕੰਨਾਂ ਨੂੰ, ਤਾਂ ਕਿ ਸਾਡਾ ਅੰਦਰਲਾ ਸਬਰ ਜਾਵੇ। ਕਈ ਵਾਰੀ ਇਹ ਦੋ ਤਰ੍ਹਾਂ ਦੇ ਅਰਥ ਕੀਤੇ ਜਾਂਦੇ ਆ। ਬਾਹਰਲਾ ਦਾਨ ਵੀ ਫਿਰ ਸਾਰਿਆਂ ਵਾਸਤੇ ਹੀ ਬਣਦਾ। ਫਿਰ ਆਪਣੇ ਆਪਣੇ ਅੰਦਰ ਇਹ ਝਾਤੀ ਮਾਰਨੀ ਹੈ ਵੀ ਅਸੀਂ ਕੀ ਸਾਰਿਆਂ ਨੇ ਇਹ ਦਾਨ ਕੀਤਾ। ਮੈਨੂੰ ਲੱਗਦਾ ਇਹਦੇ ਵਿੱਚ ਸਾਡਾ ਮਹਿਕਮਾ ਫਸ ਜਾਵੇਗਾ। ਜਨਮ ਕਰਮ ਮਲ ਉਤਰੈ ਮਨ ਤੇ ਜਾਏ ਗੁਮਾਨ। ਪਿੱਛੇ ਕੀ ਕਿਹਾ ਸੀ? ਸਾਰਾ ਰੌਲਾ ਕਾਹਦਾ? ਹਉਮੈ ਦਾ। ਤਨ ਫਿਰਕਾ ਇੱਕ ਹੀ ਸੰਗ ਵਾਸਾ, ਵਿੱਚ ਹਉਮੈ ਭੀਤ ਕਰਾਰੀ। ਕਾਮ ਕ੍ਰੋਧ ਨਾ ਮੋਹੀਐ, ਬਿਨਸੈ ਲੋਭ ਸੁਆਨ। ਕੀ ਭਾਈ ਗੁਰੂ ਦੇ ਨਾਲ ਜੁੜਨ ਦੀ ਕੋਸ਼ਿਸ਼ ਕੀਤੀ ਪਿਛਲੇ ਮਹੀਨੇ ਦੇ ਵਿੱਚ? ਕਿਉਂਕਿ ਅਗਲਾ ਮਹੀਨਾ ਨਾਲ ਫਿਰ ਰਲੇਗਾ ਨਾ। ਵੀ ਇਹ ਕਰਨਾ ਸੀ, ਤੂੰ ਆਪਣੇ ਆਪ ਤੇ ਕੰਮ ਕਰਨਾ ਸੀ, ਆਪਣੇ ਕਾਮ ਕ੍ਰੋਧ ਤੇ ਕੰਮ ਕਰਨਾ ਸੀ, ਆਪਣੀ ਹਉਮੈ ਤੇ ਕੰਮ ਕਰਨਾ ਸੀ। ਲੋਭ ਸੁਆਨ ਜਿਹੜਾ ਤੇਰੇ ਅੰਦਰ ਕੁੱਤਾ ਭੌਂਕਦਾ ਲੋਭ ਰੂਪੀ, ਕੀ ਉਹ ਥੋੜ੍ਹਾ ਬਹੁਤਾ ਘਟਿਆ ਪਿਛਲੇ ਸਮੇਂ ਦੇ ਨਾਲੋਂ? ਆ ਪਿਛਲੇ ਮਹੀਨੇ ਦੇ ਵਿੱਚ ਜੇ ਤੂੰ ਗੁਰੂ ਦੀ ਗੱਲ ਮੰਨੀ, ਗੁਰੂ ਦੇ ਮੁਤਾਬਕ ਚੱਲਿਆ, ਗੁਰੂ ਦਾ ਗਿਆਨ ਲਿਆ, ਗੁਰੂ ਦੇ ਨਾਲ ਜੁੜਿਆ, ਗੁਰਬਾਣੀ ਸਮਝੀ, ਪੜ੍ਹੀ, ਜਾਣੀ, ਕੀ ਤੇਰਾ ਅੰਦਰਲਾ ਜਿਹੜਾ ਸੁਆਨ ਰੂਪੀ ਕੁੱਤਾ ਸੀ ਉਹ ਥੋੜ੍ਹਾ ਬਹੁਤਾ ਘਟਿਆ ਭਾਈ ਭੌਂਕਣੋ। ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ। ਕੀ ਸੱਚੇ ਪ੍ਰਮਾਤਮਾ ਵਾਹਿਗੁਰੂ ਦੇ ਮਾਰਗ ਤੇ ਚੱਲਣ ਦੀ ਕੋਸ਼ਿਸ਼ ਕੀਤੀ? 68 ਤੀਰਥ ਸਗਲ ਪੁੰਨ, ਜੀ ਦਇਆ ਪ੍ਰਵਾਨ। ਇਹ 68 ਤੀਰਥਾਂ ਦਾ ਇਸ਼ਨਾਨ ਤੇਰਾ ਗੁਰੂ ਦੇ ਦੁਆਰਾ, ਗੁਰਬਾਣੀ ਦੇ ਦੁਆਰਾ, ਗਿਆਨ ਦੇ ਦੁਆਰਾ ਬੈਠੇ ਦਾ ਹੀ ਹੋਣਾ ਸੀ। ਇਹ ਤੇਰੇ ਜੀ ਦਇਆ, ਤੇਰੇ ਗੁਰੂ ਦੀ ਬਾਣੀ ਨੂੰ ਸੁਣ ਸੁਣ ਕੇ ਤੇਰੇ ਅੰਦਰ ਦਇਆ ਪੈਦਾ ਹੋਣੀ ਸੀ। ਤੂੰ ਪ੍ਰਮਾਤਮਾ ਦੀ ਪ੍ਰਾਪਤੀ ਵੱਲ ਨੂੰ, ਪ੍ਰਵਾਨਗੀ ਵੱਲ ਨੂੰ ਚੱਲਣਾ ਸੀ ਭਾਈ। ਜਿਸਨੂੰ ਦੇਵੈ ਦਇਆ ਕਰ, ਸੋਈ ਪੁਰਖ ਸੁਜਾਨ। ਗੁਰੂ ਦੇ ਅੱਗੇ ਅਰਦਾਸਾਂ, ਬੇਨਤੀਆਂ, ਜੋਦੜੀਆਂ ਕਰਨੀਆਂ ਕਿ ਗੁਰੂ ਜੀ ਮੈਨੂੰ ਗਿਆਨ ਦੀ ਦਾਤ ਦਿਓ, ਮੈਨੂੰ ਅਕਲ ਦਿਓ, ਮੈਨੂੰ ਮੱਤ ਦਿਓ, ਤਾਂ ਕਿ ਮੈਂ ਭਗਤ ਬਣ ਜਾਵਾਂ। ਕਿਉਂਕਿ ਗੁਰ ਕੀ ਮੱਤ ਤੂੰ ਲੈ ਆਨੇ, ਭਗਤ ਬਿਨਾ ਬਹੁ ਡੂਬੇ ਸਿਆਨੇ। ਸੋਈ ਪੁਰਖ ਸੁਜਾਨ, ਉਹ ਵਾਹਿਗੁਰੂ ਅਕਾਲ ਪੁਰਖ ਦੇ ਵੱਲ ਨੂੰ ਚੱਲਣ ਦੀ ਕੋਸ਼ਿਸ਼ ਕੀਤੀ ਭਾਈ ਤੈਂ। ਜਿਨ੍ਹਾਂ ਮਿਲਿਆ ਪ੍ਰਭ ਆਪਣਾ, ਨਾਨਕ ਤਿਨ ਕੁਰਬਾਨ। ਜਿਨ੍ਹਾਂ ਨੇ ਭਾਈ ਇਹ ਕੋਸ਼ਿਸ਼ ਕੀਤੀ ਹੈ ਉਹਨਾਂ ਨੂੰ ਪ੍ਰਮਾਤਮਾ ਵਾਹਿਗੁਰੂ ਵੱਲ ਨੂੰ ਚਾਹੇ ਚੱਲ ਪਏ, ਚਾਹੇ ਮਿਲ ਗਿਆ, ਇਸ ਰਸਤੇ ਤੇ ਚੱਲ ਪਏ। ਗੁਰੂ ਬਾਬਾ ਜੀ ਸਮਝਾ ਰਹੇ ਹਨ ਭਾਈ ਉਹਨਾਂ ਤੋਂ ਕੁਰਬਾਨ ਜਾਣਾ ਬਣਦਾ, ਬਲਿਹਾਰ ਜਾਣਾ ਬਣਦਾ। ਮਾਘ ਸੁੱਚੇ ਸੇ ਕੱਢਿਆ, ਜਿਨ ਪੂਰਾ ਗੁਰ ਮਿਹਰਬਾਨ। ਜਿਹੜੇ ਗੁਰੂ ਦੇ ਨਾਲ ਜੁੜੇ ਮਾਘ ਦੇ ਮਹੀਨੇ ਦੇ ਵਿੱਚ ਉਹ ਸੁੱਚੇ ਹੋ ਗਏ। ਜਿਨ੍ਹਾਂ ਨੇ ਗੁਰਬਾਣੀ ਨੂੰ ਪੜ੍ਹਿਆ, ਸੁਣਿਆ, ਸਮਝਿਆ, ਮਿਹਨਤ ਕੀਤੀ, ਕੋਸ਼ਿਸ਼ ਕੀਤੀ, ਉਹ ਗੁਰੂ ਦੇ ਪਿਆਰੇ ਸਿੱਖ ਬਣ ਗਏ ਭਾਈ। ਇਸ ਤਰ੍ਹਾਂ ਆਪਾਂ ਨੂੰ ਸਮਝਾਇਆ ਸੀ। ਜਿਨ੍ਹਾਂ ਨੇ ਭਾਈ ਗੁਰੂ ਦੇ ਨਾਲ ਜੁੜ ਕੇ ਗੁਰਬਾਣੀ ਨੂੰ ਪੜ੍ਹਨ, ਸੁਣਨ, ਸਮਝਣ ਦੀ ਕੋਸ਼ਿਸ਼ ਕੀਤੀ ਹੈ ਉਹ ਸੁੱਚੇ ਹੋ ਗਏ। ਗੁਰੂ ਬਾਬਾ ਜੀ ਸਮਝਾ ਰਹੇ ਹਨ ਉਹ ਧੰਨਤਾ ਦੇ ਯੋਗ ਆ। ਜਿਨ੍ਹਾਂ ਨੇ ਨਹੀਂ ਕੋਸ਼ਿਸ਼ ਕੀਤੀ ਭਾਈ ਉਹਨਾਂ ਦਾ ਬਾਹਰਲਾ ਤਿੰਨਾਂ ਗੁਣਾਂ ਦੇ ਵਿੱਚ ਹੀ ਕੰਮ ਰਹਿ ਗਿਆ। ਇਹ ਆਪਣੇ ਆਪ ਤੇ ਟਿਕਾਉਣਾ, ਕਿਤੇ ਮੈਂ ਤਾਂ ਨਹੀਂ ਉਹਨਾਂ ਦੇ ਵਿੱਚ ਆ ਗਿਆ। ਜੇ ਆ ਗਿਆ ਤੇ ਫਿਰ ਅੱਗੇ ਨੂੰ ਖਿਆਲ ਰੱਖਣਾ ਭਾਈ, ਕਿਉਂਕਿ ਜਿਹੜਾ ਸਮਾਂ ਲੰਘ ਗਿਆ ਉਹ ਵਾਪਸ ਨਹੀਂ ਆਉਂਦਾ, ਤੇ ਅੱਗੇ ਨੂੰ ਆਵੇ ਕਿ ਨਾ ਆਵੇ। ਹੁਣ ਜਿਹੜਾ ਹੈ ਫੱਗਣ ਦਾ ਮਹੀਨਾ ਸ਼ੁਰੂ ਹੋ ਰਿਹਾ। ਜੇ ਮਾਘ ਦੇ ਮਹੀਨੇ ਦੇ ਵਿੱਚ ਗੁਰੂ ਦੇ ਅਨੁਸਾਰ ਹੀ ਨਹੀਂ ਚੱਲਿਆ ਤਾਂ ਭਾਈ ਫੱਗਣ ਦੇ ਮਹੀਨੇ ਦੇ ਵਿੱਚ ਚੱਲ ਪਾ। ਕਿਉਂਕਿ ਫੱਗਣ ਦਾ ਮਹੀਨਾ ਗੁਰਮੁਖ ਪਿਆਰਿਓ ਅਖੀਰਲਾ ਜਿਹੜਾ ਦੇਸੀ ਸਾਲ ਹੁੰਦਾ, ਇਹ ਚੇਤ ਤੋਂ ਸ਼ੁਰੂ ਹੁੰਦਾ ਤੇ ਨਵਾਂ ਸਾਲ ਸ਼ੁਰੂ ਹੋਵੇਗਾ। ਇਹ 12ਵਾਂ ਮਹੀਨਾ। 12ਵੇਂ ਮਹੀਨੇ ਦੇ ਵਿੱਚ ਗੁਰੂ ਪਾਤਸ਼ਾਹ ਜੀ ਦੀ ਵਡਿਆਈ ਦੇਖੋ, ਗੁਰਬਾਣੀ ਦੀ ਕਲਾ ਦੇਖੋ, ਗੁਰਬਾਣੀ ਦੀ ਬਣਤਰ ਦੇਖੋ। ਬਾਹਰਲੇ ਮਹੀਨੇ ਦੇ ਵਿੱਚ ਗੁਰੂ ਨਾਲ ਜੋੜ ਕੇ ਮਿਲਾਪ ਕਰਾ ਦਿੱਤਾ, 12 ਬੰਨੀ ਦਾ ਸੋਨਾ ਬਣਾ ਦਿੱਤਾ। ਫਲ ਗੁਣ ਲਿਖਿਆ ਹੋਇਆ ਇੱਥੇ, ਫਲ ਗੁਣ, ਗੁਣਾਂ ਦਾ ਫਲ ਪ੍ਰਾਪਤ ਹੁੰਦਾ ਹੈ। ਜਦੋਂ ਜਿਹੜਾ ਗੁਰੂ ਨਾਲ ਜੁੜਦਾ, ਗੁਰਬਾਣੀ ਨਾਲ ਜੁੜਦਾ, ਉਹਨੂੰ ਫਲ ਕੀ ਪ੍ਰਾਪਤ ਹੁੰਦਾ? ਉਹਨੂੰ ਗੁਣਾ ਰੂਪੀ ਫਲ ਪ੍ਰਾਪਤ ਹੁੰਦਾ। ਫਲ ਗੁਣ ਇੱਥੋਂ ਸ਼ੁਰੂ ਹੁੰਦਾ। ਜਿਨ੍ਹਾਂ ਨੇ ਭਾਈ ਪਿਛਲਾ ਮਹੀਨਾ ਗੁਰੂ ਦੇ ਨਾਲ ਜੁੜੇ ਉਹਨਾਂ ਨੂੰ ਫਿਰ ਅਗਲੀ ਜਿਹੜੀ ਹੈ ਤਰੱਕੀ, ਕਿਉਂਕਿ 12 ਇਹ ਬੰਨਿਆ ਹੋਇਆ, 12 ਸਟੈਪ ਲਾ ਲਓ ਤੁਸੀਂ, ਤੇ ਅਖੀਰ ਦੇ ਵਿੱਚ ਫਿਰ ਜਾ ਕੇ ਮਿਲਾਪ ਆ। ਹਰ ਬਾਣੀ ਦਾ ਇਹੀ ਹੈ ਵਿਛੋੜਾ, ਵਿਛੋੜੇ ਦੇ ਕਾਰਨ ਦੱਸੇ ਹੋਏ ਆ। ਤੇ ਜੇ ਮਨੁੱਖ ਚੱਲ ਪਵੇ ਉਹ ਆਪਣੇ ਅੰਦਰ ਕਾਰਜ ਕਰ ਲਵੇ ਤੇ ਉਸ ਤੋਂ ਬਾਅਦ ਮਿਲਾਪ ਵੀ ਦੱਸਿਆ ਗਿਆ। ਹੁਣ ਆਓ ਧਿਆਨ ਨਾਲ ਸਰਵਣ ਕਰੀਏ ਕੀ ਸਮਝਾ ਰਹੇ ਹਨ ਗੁਰੂ ਪਾਤਸ਼ਾਹ ਜੀ।
ਫਲ ਗੁਣ ਆਨੰਦ ਉਪਾਰਜਨਾ, ਹਰ ਸੱਜਣ ਪ੍ਰਗਟੇ ਆਏ। ਕਿਉਂਕਿ 11 ਮਹੀਨੇ ਪਿਛਲੇ ਗੁਰੂ ਦੇ ਲੜ ਲੱਗ ਕੇ ਮਿਹਨਤ ਕੀਤੀ, ਗੁਰੂ ਦੇ ਮੁਤਾਬਕ ਚੱਲਿਆ, ਆਪਣੇ ਆਪ 'ਤੇ ਕੰਮ ਕੀਤਾ, ਆਪਣੇ ਔਗਣ ਖਤਮ ਕਰਨ ਦੀ ਕੋਸ਼ਿਸ਼ ਕੀਤੀ। ਜਿਵੇਂ ਜਿਵੇਂ ਗੁਰੂ ਦੇ ਨਾਲ ਜੁੜੀ ਗਿਆ ਬਸ ਹੌਲੀ ਹੌਲੀ ਕੀ ਹੋਇਆ, ਇਹ ਕਰਾਮਾਤ ਆ ਗੁਰਬਾਣੀ ਦੀ। ਜਿਹੜੀ ਪੁਰਾਣੀ ਮੇਰੀ ਘਾੜਤ ਸੀ, ਜਿਹੜੀ ਮੇਰੀ ਬੁਰੀ ਘਾੜਤ ਸੀ, ਜਿਹੜੀ ਮੇਰੀ ਮਨਮੁਖ ਵਾਲੀ ਘਾੜਤ ਸੀ, ਉਹ ਟੁੱਟਦੀ ਗਈ ਡਿੱਗਦੀ ਗਈ ਤੇ ਨਵੀਂ ਘਾੜਤ ਆ ਜਿਹੜੀ ਬਣਦੀ ਗਈ। ਗੁਰਮੁਖ ਪਿਆਰਿਓ, ਪੱਥਰ ਦੇ ਵਿੱਚ ਹੀ ਮੂਰਤੀ ਹੁੰਦੀ ਹੈ, ਬਸ ਵਾਧੂ ਪੱਥਰ ਨੂੰ ਹਟਾਇਆ ਜਾਵੇ ਤਾਂ ਮੂਰਤੀ ਵਿੱਚੋਂ ਨਿਕਲ ਆਉਂਦੀ ਹੈ। ਮੂਰਤੀਕਾਰ ਨੂੰ ਕਿਸੇ ਨੇ ਪੁੱਛਿਆ ਸੀ, ਕਹਿੰਦਾ ਬੜੀ ਸੋਹਣੀ ਮੂਰਤ ਬਣਾਤੀ। ਕਹਿੰਦਾ ਮੈਂ ਨਹੀਂ ਬਣਾਈ, ਮੂਰਤ ਤਾਂ ਵਿੱਚੇ ਹੀ ਸੀ, ਬਸ ਵਾਧੂ ਪੱਥਰ ਹਟਾਏ ਆ। ਅਗਰ ਮਨੁੱਖ ਕਰਮ ਕਾਂਡ ਕਰਨੇ ਬੰਦ ਕਰ ਦਵੇ, ਇੱਕ ਓੰਕਾਰ ਪ੍ਰਮਾਤਮਾ ਵਾਹਿਗੁਰੂ ਨੂੰ ਸਮਝ ਜਾਵੇ, ਗੁਰਬਾਣੀ ਦੇ ਮੁਤਾਬਕ ਚੱਲ ਪਵੇ, ਤਾਂ ਮਨੁੱਖ ਹੀ ਰੱਬ ਦਾ ਰੂਪ ਆ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਮਨ ਹਰ ਜੀ ਤੇਰੇ ਨਾਲ ਹੈ। ਗੁਰਮਤੀ ਰੰਗ ਮਾਨ, ਗੁਰੂ ਦੀ ਮੱਤ ਲੈਣੀ ਜ਼ਰੂਰੀ ਹੈ ਭਾਈ, ਗੁਰੂ ਦੇ ਨਾਲ ਜੁੜਨਾ ਜ਼ਰੂਰੀ ਹੈ। ਸਿੱਖਾਂ ਨੂੰ ਫਲ ਗੁਣ ਆਨੰਦ ਉਪਾਰਜਨਾ। ਫੱਗਣ ਦੇ ਮਹੀਨੇ ਦੇ ਵਿੱਚ ਕੀ ਹੁੰਦਾ ਭਾਈ, ਦੇਖੋ ਜਦੋਂ ਠੰਡ ਵੀ ਖਤਮ ਹੋ ਗਈ, ਮਾਘ ਦਾ ਮਹੀਨਾ ਜਿਹੜਾ ਸੀ ਉਹ ਖਤਮ ਹੋ ਗਿਆ, ਬਹੁਤੀ ਠੰਡ, ਕੋਰਾ ਪੈਣਾ ਖਤਮ ਹੋ ਗਿਆ। ਹੁਣ ਫਲੀਆਂ ਪੱਤੇ ਸਾਰੇ ਨਵੇਂ ਨਿਕਲਣਗੇ, ਹੁਣ ਰੁੱਤ ਵਧੀਆ ਸ਼ੁਰੂ ਹੋਵੇਗੀ, ਕਿਉਂਕਿ ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ। ਗੁਰੂ ਪਾਤਸ਼ਾਹ ਜੀ ਦੀ ਬਾਣੀ ਇੰਨੇ ਸੁੰਦਰ ਢੰਗ ਦੇ ਨਾਲ ਰਚਨਾ ਕਿ ਆਨੰਦ ਆ ਜਾਂਦਾ ਪੜ੍ਹ ਕੇ, ਬਾਹਰੋਂ ਵੀ ਤੇ ਅੰਦਰੋਂ ਵੀ। ਜਿਵੇਂ ਬਾਹਰੋਂ ਜਿਹੜਾ ਦੇਖ ਕੇ ਪ੍ਰਕਿਰਤੀ ਨੂੰ, ਨਵੀਂ ਪ੍ਰਕਿਰਤੀ ਨੂੰ ਦੇਖ ਕੇ ਆਨੰਦ ਆਉਂਦਾ, ਇਸੇ ਤਰ੍ਹਾਂ ਤੇਰੇ ਅੰਦਰ ਵੀ ਭਾਈ ਨਵੀਂ ਸ਼ੁਭ ਗੁਣਾਂ ਦੀ ਪ੍ਰਕਿਰਤੀ ਉੱਠਣੀ ਚਾਹੀਦੀ ਹੈ। ਫਲ ਗੁਣ ਆਨੰਦ ਉਪਾਰਜਨਾ, ਜਿੰਨਾ ਉਹਨਾਂ ਦੇ ਅੰਦਰ ਪੈਦਾ ਹੋ ਜਾਂਦਾ ਆਨੰਦ, ਆਨੰਦ ਦੀ ਅਵਸਥਾ ਤੱਕ। ਆਨੰਦ ਭਇਆ ਮੇਰੀ ਮਾਏ ਕਦੋਂ, ਸਤਿਗੁਰੂ ਮੈਂ ਪਾਇਆ। ਜੇ ਤਾਂ ਸਤਿਗੁਰੂ ਦੇ ਨਾਲ ਜੁੜ ਗਏ, ਗੁਰਬਾਣੀ ਨਾਲ ਜੁੜ ਗਏ, ਫਿਰ ਆਨੰਦ ਦੀ ਪ੍ਰਾਪਤੀ ਹੋ ਜਾਂਦੀ ਹੈ, ਪੈਦਾ ਹੋ ਜਾਂਦਾ ਆਨੰਦ ਭਾਈ। ਹਰ ਸੱਜਣ ਪ੍ਰਗਟੇ ਆਏ, ਜਿਹੜੇ ਗੁਰਮੁਖ ਪਿਆਰੇ ਗੁਰੂ ਦੇ ਨਾਲ ਜੁੜੀ ਗਏ ਗੁਰਬਾਣੀ ਦੇ ਨਾਲ, ਤੇ ਉਹਨਾਂ ਦੇ ਅੰਦਰੋਂ ਵਿਕਾਰ ਖਤਮ ਹੋਣੇ ਸ਼ੁਰੂ ਹੋ ਗਏ। ਉਹ ਜਿਹੜੀ ਮੂਰਤ ਕਾਲੀ ਸੀ ਉਹ ਖਤਮ ਹੋਣੀ ਸ਼ੁਰੂ ਹੋ ਗਈ, ਅੰਦਰੋਂ ਸ਼ੁਭ ਗੁਣਾਂ ਦੇ ਰੂਪ ਵਿੱਚ ਸੱਜਣ ਸਹੀ। ਜੇ ਚਲਦਿਆਂ ਨਾਲ ਚੱਲਣ, ਜਿੱਥੇ ਲੇਖਾ ਮੰਗੀ ਹੈ ਤਿੱਥੇ ਖੜੇ ਦਿਸਣ ਸੱਜਣ, ਉਹ ਹੁੰਦੇ ਆ ਮਨੁੱਖ ਦੇ ਅਸਲੀ ਸ਼ੁਭ ਗੁਣ। ਗੁਣ ਨੇ ਤੁਹਾਡੇ ਨਾਲ ਹੀ ਜਾਣਾ, ਸਾਰਾ ਕੁਝ ਲੁੱਟਿਆ ਜਾਊਗਾ। ਅਗਰ ਤੁਹਾਡੇ ਕੋਲ ਇੱਕ ਵੀ ਗੁਣ ਆ ਕਿਸੇ ਵੀ ਤਰ੍ਹਾਂ ਦਾ, ਅਗਰ ਪੜ੍ਹਾਈ ਦਾ ਗੁਣ ਆ ਤੁਹਾਡੇ ਕੋਲੇ, ਤਾਂ ਕਿਤੇ ਵੀ ਬੈਠ ਕੇ ਸਾਰਾ ਕੁਝ ਖਤਮ ਹੋ ਸਕਦਾ। ਤੁਸੀਂ ਆਪਣੀ ਰੋਟੀ ਰੋਜੀ ਕਿਤੇ ਵੀ ਕਮਾ ਸਕਦੇ ਹੋ, ਜਾਂ ਕੋਈ ਹੋਰ ਹੁਨਰ ਆ, ਗੁਣ ਆ ਕਿਸੇ ਤਰ੍ਹਾਂ ਦਾ ਵੀ। ਇਹ ਇਸੇ ਤਰ੍ਹਾਂ ਪਰਮਾਤਮਾ ਵਾਹਿਗੁਰੂ ਅਕਾਲ ਪੁਰਖ ਜੀ ਵੱਲ ਨੂੰ ਜਾਣ ਦੇ ਵਾਸਤੇ ਵੀ ਇਹ ਗੁਣ ਜ਼ਰੂਰੀ ਹੈ। ਸੱਜਣ ਹੁੰਦੇ ਆ ਅਸਲੀ ਸ਼ੁਭ ਗੁਣ। ਇਹ ਸ਼ੁਭ ਗੁਣ ਸੱਜਣ ਪ੍ਰਗਟੇ ਆਏ, ਮਤਲਬ ਕਿ ਸ਼ੁਭ ਗੁਣ ਪ੍ਰਗਟ ਹੋਣ ਲੱਗੇ। ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਿਲਾਏ। ਸੰਤ ਸਹਾਈ, ਜਿਹੜੇ ਸੰਤ ਲੋਕ, ਚੰਗੇ ਲੋਕ। ਹੁਣ ਐਂ ਥੋੜ੍ਹਾ ਜਿਹਾ ਧਿਆਨ ਰੱਖਣਾ ਵੀ ਜੇ ਤਾਂ ਭਾਈ ਤੁਹਾਨੂੰ ਪਤਾ ਵੀ ਆਹ ਸੰਤ ਆ ਤੇ ਆਹ ਅਸੰਤ ਆ, ਫਿਰ ਤਾਂ ਹੈਗਾ ਠੀਕ। ਜਿੰਨਾ ਚਿਰ ਨਹੀਂ ਪਤਾ ਉਨਾ ਚਿਰ ਗੁਰੂ ਨੂੰ ਕਿਰਪਾ ਕਰਕੇ ਸਾਧੂ ਮੰਨ ਲਓ ਤੇ ਗੁਰੂ ਨੂੰ ਮੰਨ ਲਓ ਸੰਤ, ਤੇ ਇਹੀ ਸਹਾਇਤਾ ਕਰਨ ਵਾਲੇ ਆ ਪਰਮਾਤਮਾ ਵਾਹਿਗੁਰੂ ਦੇ ਵਿੱਚ, ਵਾਹਿਗੁਰੂ ਨੂੰ ਮਿਲਾਉਣ ਵਾਲੇ। ਇਹੀ ਪੈਂਤੀ ਮੇਰੇ ਵਾਸਤੇ ਸੰਤ ਆ, ਇਹੀ ਸਾਧੂ ਆ, ਇਹੀ ਸਾਰਾ ਕੁਝ ਆ। ਕਿਉਂਕਿ ਸਾਨੂੰ ਦੱਸਿਆ ਗਿਆ, ਸਮਝਾਇਆ ਗਿਆ, ਅਸੀਂ ਗੁਰੂ ਦੀ ਸੰਗਤ ਕਰਨੀ ਹੈ, ਗੁਰਬਾਣੀ ਦੀ ਸੰਗਤ ਕਰਨੀ ਹੈ। ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਿਲਾਏ। ਜਿਹੜੇ ਜੁੜੇ ਹੋਏ ਆ, ਦੇਖੋ ਜਿਹੜੇ ਆਪ ਜੁੜੇ ਹੋਏ ਆ ਉਹ ਤੁਹਾਨੂੰ ਇੱਧਰਲੇ ਪਾਸੇ ਜੋੜਨਗੇ, ਉਹ ਵੀ ਜ਼ਰੂਰੀ ਹੈ। ਪਰ ਗੱਲ ਇਹ ਹੈ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਆਹ ਜੁੜਿਆ ਹੋਇਆ ਤੇ ਆਹ ਬਾਹਰੋਂ ਆ। ਜਿੰਨਾ ਚਿਰ ਇਹ ਪਤਾ ਨਹੀਂ ਲੱਗਦਾ ਉਨਾ ਚਿਰ ਮੈਂ ਕਹਿੰਦਾ ਵੀ ਇੱਧਰ ਹੀ ਧਿਆਨ ਦੇ ਲਓ।
ਇਹ ਗੁਰਬਾਣੀਓ ਹੀ ਹੈ ਸਾਰਾ ਕੁਝ, ਸਹਾਇਤਾ ਕਰਨ ਵਾਲੀ ਤੇ ਸਵਾਰਨ ਵਾਲੀ। ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਲਾਏ। ਗੁਰਪ੍ਰਸਾਦ ਕਿੱਥੋਂ ਪ੍ਰਾਪਤ ਹੋਣਾ? ਗੁਰੂ ਤੋਂ। ਗੁਰੂ ਦੀ ਕਿਰਪਾ ਸਾਨੂੰ ਚਾਹੀਦੀ ਹੈ, ਪ੍ਰਸਾਦ ਗੁਰਪ੍ਰਸਾਦ ਚਾਹੀਦਾ। ਕਿਰਪਾ ਕਰਕੇ ਗੁਰੂ ਨੇ ਮੇਰੇ ਨੇ, ਇਹਨਾਂ 35 ਮਹਾਂਪੁਰਖਾਂ ਨੇ, 35 ਸੰਤਾਂ ਨੇ ਮੈਨੂੰ ਟੁੱਟੇ ਹੋਏ ਨੂੰ ਮੇਰੀ ਆਤਮਾ ਤੇ ਪ੍ਰਮਾਤਮਾ ਦਾ ਮਿਲਾਪ ਕਰਾ ਦਿੱਤਾ। ਸੇਜ ਸੁਹਾਵੀ ਸਰਬ ਸੁਖ ਹੁਣ ਦੁੱਖਾਂ ਨਾਹੀਂ ਜਾਏ। ਕੈਸੀ ਅਵਸਥਾ ਬਣ ਜਾਂਦੀ ਹੈ ਜੇ ਕਿਤੇ ਗੁਰੂ ਦੇ ਮੁਤਾਬਕ ਚੱਲ ਪਈਏ ਭਾਈ। ਗੁਰੂ ਤੋਂ ਬਿਨਾਂ ਚੱਲ ਕੇ ਆ ਖੜੀ ਗੱਡੀ ਨੂੰ ਰੇਸਾਂ ਦੇਣ ਵਾਲਾ ਕੰਮ, ਤੇ ਗੁਰੂ ਦੇ ਮੁਤਾਬਕ ਚੱਲ ਕੇ ਆਨੰਦ ਦੀ ਪ੍ਰਾਪਤੀ। ਤੇ ਜਦੋਂ ਮੈਂ ਗੁਰੂ ਦੇ ਨਾਲ ਜੁੜਿਆ, ਇਹ ਸੰਤ ਸਹਾਈ ਰਾਮ ਕੇ ਸਹਾਇਤਾ ਕਰਨ ਵਾਲੇ ਸੰਤ ਲੋਕ, ਇਹ ਬਾਣੀ ਪੜ੍ਹੀ ਮੈਂ, ਜਦੋਂ ਮੇਰੇ ਅੰਦਰ ਝੂਠ ਖਤਮ ਹੋਣ ਲੱਗਿਆ। ਸੱਚ ਨਾਮ ਕੀ ਹੈ? ਆਦ ਸੱਚ ਜੁਗਾਦ ਸੱਚ ਹੈ, ਭੀ ਸੱਚ ਨਾਨਕ ਹੋਸੀ ਭੀ ਸੱਚ। ਮੈਂ ਝੂਠ ਦੀ ਮੂਰਤ ਸੀ, ਮੈਂ ਅਣਘੜਿਆ ਸੀ, ਮੇਰੇ ਗੁਰੂ ਨੇ ਮੈਨੂੰ ਘੜ ਦਿੱਤਾ। ਤੇ ਹੁਣ ਕੀ ਹੋ ਗਿਆ? ਕੈਸਾ ਆਨੰਦ ਬਣਿਆ? ਸੇਜ ਸੁਹਾਵੀ। ਪਹਿਲਾਂ ਕੀ ਸੀ? ਤਨ ਫਿਰ ਕਾ ਇੱਕ ਹੀ ਸੰਗ ਵਾਸਾ, ਵਿੱਚ ਹਉਮੈ ਭੀਤ ਕਰਾਰੀ। ਕਾਰਨ ਕੀ ਸੀ? ਹਉਮੈ ਪਈ ਸੇਜ ਤੇ ਉਦੋਂ ਵੀ ਸੀ, ਇੱਕੋ ਬੈੱਡ ਤੇ ਸੀ, ਇੱਕੋ ਘਰ ਦੇ ਵਿੱਚ, ਪਰ 36 ਦਾ ਅੰਕੜਾ ਬਣਿਆ ਸੀ। ਬਾਹਰੋਂ ਪਤੀ ਪਤਨੀ ਦਾ ਆਪਾਂ ਲਾ ਲਈਏ ਅੰਦਾਜ਼ਾ, ਜਿਹੜੇ ਗੁਰਮੁਖ ਪਿਆਰੇ ਵਿਆਹੇ ਹੋਏ ਆ ਤੇ ਜਿਹੜੇ ਬੱਚੇ ਆਪਣੇ ਮਾਂ ਪਿਓ ਦਾ ਪਤਾ ਹੀ ਹੁੰਦਾ ਆਪਾਂ ਨੂੰ ਸਾਰਾ, ਇੰਨੀ ਕੁ ਤਾਂ ਹੁੰਦਾ ਹੀ ਆ ਵੀ ਅਗਰ ਅੰਦਰੋਂ ਲੜਾਈ ਹੋਈ ਹੋਵੇ, ਬਾਹਰਲਾ ਸਾਰਾ ਮਾਹੌਲ ਵਿਗੜ ਜਾਂਦਾ ਹੈ। ਹੁਣ ਮੰਨ ਲਓ ਇੱਕ ਘਰ ਵਿੱਚ ਰਹਿ ਰਹੇ ਆ, ਇੱਕ ਕਮਰੇ ਦੇ ਵਿੱਚ ਵੀ ਆ, ਇੱਕ ਬੈੱਡ ਤੇ ਵੀ ਪਏ ਆ, ਪਰ ਫਿਰ ਵੀ ਵਿਚਾਰ ਨਹੀਂ ਮਿਲਦੇ। 36 ਦਾ ਅੰਕੜਾ ਬਣਿਆ ਹੋਇਆ। ਇਸੇ ਤਰ੍ਹਾਂ ਸਾਡਾ ਗੁਰੂ ਦੇ ਨਾਲ ਵਿਚਾਰ ਨਹੀਂ ਮਿਲਦੇ ਜਿੰਨਾ ਚਿਰ ਸਾਡਾ ਵੀ 36 ਦਾ ਅੰਕੜਾ ਬਣਿਆ ਪਿਆ। ਜਦੋਂ ਗੁਰੂ ਨਾਲ ਵਿਚਾਰ ਮਿਲ ਗਏ, ਗੁਰਬਾਣੀ ਨਾਲ ਵਿਚਾਰ ਮਿਲ ਗਏ, ਗੁਰਬਾਣੀ ਚੰਗੀ ਲੱਗਣ ਲੱਗ ਗਈ, ਗੁਰਬਾਣੀ ਪੜ੍ਹਨ ਸੁਣਨ ਨੂੰ ਜੀ ਕਰਨ ਲੱਗ ਗਿਆ। ਕਿਉਂਕਿ ਬਦਲਣਾ ਨਾ, ਪਹਿਲਾਂ ਜ਼ਰੂਰ ਲੱਗਣੇ ਆ ਇਹ ਬਚਨ, ਆਏ ਵੀ ਲੱਗਣੇ ਆ ਵੀ ਇਹ, ਕਿਉਂਕਿ ਬਦਲਾਵ ਹੋਣਾ ਜੀ, ਬਦਲਾਵ ਹੋਣਾ। ਤੇ ਪਰ ਜਿਹੜੀ ਪ੍ਰਾਪਤੀ ਹੋਣੀ ਹੈ ਉਹਦੇ ਵਰਗਾ ਆਨੰਦ ਕਿਤੋਂ ਨਹੀਂ ਪ੍ਰਾਪਤ ਹੋਣਾ। ਵਿਛੋੜੇ ਦੀ ਵੇਲ ਅੰਦਰ ਲੱਗ ਗਈ ਤਾਂ ਫਲ ਦੁੱਖਾਂ ਦਾ, ਮਿਲਾਪ ਦੀ ਵੇਲ ਅੰਦਰ ਲੱਗ ਗਈ ਤਾਂ ਫਲ ਸੁੱਖਾਂ ਦਾ। ਆਤਮਿਕ ਸੁੱਖਾਂ ਦੀ ਪ੍ਰਾਪਤੀ ਹੋ ਜਾਂਦੀ ਹੈ। ਨਵਾਂ ਜੀਵਨ ਮਨੁੱਖ ਨੂੰ ਪ੍ਰਾਪਤ ਹੋਣਾ। ਸਤਿਗੁਰ ਕਾ ਜਨਮ ਹੈ ਗਬਨ ਮਟਾਇਆ। ਪਹਿਲਾਂ ਸੇਜ ਜਿਹੜੀ ਸੀ ਔਖੀ ਸੀ, ਹੁਣ ਕੀ ਹੋ ਗਿਆ? ਹੁਣ ਸੇਜ ਆ ਜਿਹੜੀ ਸੁਖਾਲੀ ਹੋ ਗਈ, ਸੇਜ ਸੁਹਾਵੀ ਹੋ ਗਈ। ਸੇਜ ਸੁਹਾਵੀ, ਹੁਣ ਇੱਕੋ ਸੇਜ ਆ, ਸੁਹਾਵੀ ਹੋ ਗਈ। ਸਰਬ ਸੁਖ, ਹੁਣ ਜੇ ਮਾਂ ਪਿਓ ਖੁਸ਼ ਆ ਤਾਂ ਬੱਚੇ ਵੀ ਖੁਸ਼ ਆ, ਤੇ ਜੇ ਮਾਂ ਪਿਓ ਲੜੇ ਹੋਏ ਆ ਤੇ ਬੱਚੇ ਵੀ ਔਖੇ ਆ। ਜੇ ਆਤਮਾ ਪਰਮਾਤਮਾ ਦਾ ਵਿਛੋੜਾ ਪਿਆ ਹੋਇਆ ਤਾਂ ਆ ਇੰਦਰੇ ਗਿਆਨ ਇੰਦਰੇ ਬੱਚੇ ਇਹ ਵੀ ਔਖੇ ਆ। ਤੇ ਜੇ ਮਿਲਾਪ ਹੋ ਗਿਆ ਅੰਦਰੋਂ ਤੇ ਇਹ ਵੀ ਐਨ ਕਿਰਾ ਮਾਰਦੇ ਆ ਚਾਂਗੜਾ। ਉਹ ਘਰ ਦੀ ਆਪਾਂ ਅੰਦਾਜ਼ਾ ਲਾ ਸਕਦੇ ਹਾਂ ਜਿੱਥੇ ਥਵਾਕ ਆ। ਸੇਜ ਸੁਹਾਵੀ ਸਰਬ ਸੁਖ, ਸਾਰੇ ਸੁੱਖਾਂ ਦੀ ਪ੍ਰਾਪਤੀ ਹੋ ਜਾਂਦੀ ਹੈ ਭਾਈ। ਹੁਣ ਦੁੱਖਾਂ ਨਾਹੀਂ ਜਾਏ, ਹੁਣ ਦੁੱਖਾਂ ਵਾਸਤੇ ਜਗ੍ਹਾ ਹੀ ਨਹੀਂ ਰਹੀ, ਕਿਉਂਕਿ ਸਾਰੇ ਆ ਕੇ ਸੁੱਖਾਂ ਨੇ ਮੰਨ ਲਿਆ। ਜਿੰਨਾ ਚਿਰ ਵਿਛੋੜਾ ਸੀ ਉਨਾ ਚਿਰ ਦੁੱਖ। ਜਦੋਂ ਮਿਲਾਪ ਹੋ ਗਿਆ, ਜਦੋਂ ਮਿਲਾਪ ਕਦੋਂ ਹੋਣਾ? ਬਾਰ ਧਿਆਨ ਦੇ ਨਾਲ ਧਿਆਨ ਰੱਖੋ ਇਸ ਗੱਲ ਦਾ ਕਿ ਗੁਰੂ ਦੇ ਮੁਤਾਬਕ ਚੱਲ ਕੇ। ਜੇ ਗੁਰੂ ਤੋਂ ਉਲਟ ਚੱਲਾਂਗੇ ਜਾਂ ਗੁਰੂ ਤੋਂ ਆਸੇ ਪਾਸੇ ਦੀ ਚੱਲਾਂਗੇ ਫਿਰ ਨਹੀਂ ਗਰੰਟੀ। ਗੁਰੂ ਦੇ ਮੁਤਾਬਕ ਚੱਲ ਕੇ ਫੁੱਲ ਗਰੰਟੀ ਆ, ਫੁੱਲ ਪੂਰੀ ਜਿਹਨੂੰ ਕਹਿ ਲਈਏ। ਹੁਣ ਦੁੱਖਾਂ ਨਾਹੀਂ ਜਾਏ, ਹੁਣ ਦੁੱਖਾਂ ਵਾਸਤੇ ਜਗ੍ਹਾ ਹੀ ਨਹੀਂ ਰਹੀ। ਇੱਛ ਪੁੰਨੀ, ਇੱਛਾ ਪੂਰੀ ਹੋ ਗਈ। ਹੁਣ ਦੇਖੋ ਜਿਸ ਇੱਛਾ ਦੇ ਨਾਲ ਗੁਰਬਾਣੀ ਦੇ ਨਾਲ ਜੁੜਦੇ ਆ ਉਹ ਇੱਛਾ ਪੂਰੀ ਹੋਣੀ ਹੈ। ਜੇ ਅਸੀਂ ਇਸ ਇੱਛਾ ਦੇ ਨਾਲ ਜੁੜਾਂਗੇ, ਅਸੀਂ ਅੰਦਰਲਾ ਕਾਰਜ ਕਰਾਉਣ ਆਏ ਹਾਂ ਜੀ। ਸਾਨੂੰ ਆਨੰਦ ਬਖਸ਼ੋ, ਸਾਨੂੰ ਖੇੜਾ ਬਖਸ਼ੋ, ਸਾਨੂੰ ਮੁਕਤੀ ਬਖਸ਼ੋ, ਸਾਨੂੰ ਚੌਥਾ ਪਦ ਬਖਸ਼ੋ, ਸਾਨੂੰ ਗਿਆਨ ਬਖਸ਼ੋ, ਸਾਨੂੰ ਤੀਜਾ ਨੇਤਰ ਬਖਸ਼ੋ, ਸਾਡਾ ਮਿਲਾਪ ਬਖਸ਼ੋ ਸਾਨੂੰ। ਫਿਰ ਇੱਛਾ ਪੂਰੀ ਹੋ ਜਾਂਦੀ ਹੈ। ਪਹਿਲਾਂ ਤਾਂ ਇਹ ਆਪਣੇ ਅੰਦਰ ਇੱਛਾ ਪੈਦਾ ਕਰਨੀ ਆ ਨਾ, ਫੇਰ ਹੀ ਪੂਰੀ ਹੋਵੇਗੀ ਨਾ। ਇੱਛ ਪੁੰਨੀ ਵੱਡ ਭਾਗਣੀ, ਵੱਡੇ ਭਾਗਾਂ ਵਾਲੀ ਜੀਵ ਇਸਤਰੀ ਦੀ ਇੱਛਾ ਪੂਰੀ ਹੋ ਜਾਂਦੀ ਹੈ। ਜਾਂ ਆਪਾਂ ਐਂ ਕਹਿ ਲਈਏ ਵੀ ਜਿਹਦੀ ਇੱਛਾ ਪੂਰੀ ਹੋ ਗਈ ਉਹ ਵੱਡ ਭਾਗਣੀ ਬਣ ਜਾਂਦੀ ਹੈ। ਭਾਵ ਮਿਲਾਪ ਦਾ ਸਾਰਾ ਵਿਛੋੜਾ
ਤੇ ਮਿਲਾਪ, ਦੋ ਚੀਜ਼ਾਂ ਨੂੰ ਧਿਆਨ 'ਚ ਰੱਖ ਲਿਓ। ਇੱਛ ਪੁੰਨੀ ਬੜ ਭਾਗਣੀ ਬਰ ਪਾਇਆ ਹਰ ਰਾਏ। ਮੈਂ ਜੀਵ ਇਸਤਰੀ ਨੇ ਹਰੀ ਪਰਮਾਤਮਾ ਵਾਹਿਗੁਰੂ ਬਰ ਪਾ ਲਿਆ, ਮੇਰਾ ਵਿਆਹ ਹੋ ਗਿਆ ਪਰਮਾਤਮਾ ਦੇ ਨਾਲ, ਵਾਹਿਗੁਰੂ ਦੇ ਨਾਲ। ਹੁਣ ਵਿਆਹ ਤੋਂ ਬਾਅਦ ਕੀ ਹੋ ਗਿਆ? ਗੁਰ ਪਰਮੇਸ਼ਰ ਇੱਕ ਹੋ ਜਾਣ। ਗੁਰੂ ਦੇ ਸਿੱਖ ਦਾ ਗੁਰੂ ਨਾਲ ਵਿਆਹ ਹੋ ਜਾਂਦਾ, ਸਮਝ ਲਓ। ਤੇ ਮਤਲਬ ਜੇ ਹੁਣ ਗੁਰੂ ਦੀ ਇਸਤਰੀ ਆ, ਜੇ ਕਿਤੇ ਉਰੇ ਪਰੇ ਤੁਰੀ ਫਿਰੇ ਫਿਰ ਗੁਰੂ ਨੂੰ ਚੰਗੀ ਨਹੀਂ ਲੱਗਦੀ, ਤੇ ਜੇ ਗੁਰੂ ਦੇ ਮੁਤਾਬਕ ਹੀ ਚੱਲੇ ਫਿਰ ਚੰਗੀ ਲੱਗਦੀ ਹੈ। ਇਹੀ ਸਿੱਖ ਦੀ ਅਵਸਥਾ ਭਾਈ। ਬਰ ਪਾਇਆ ਹਰ ਰਾਏ, ਹਰੀ ਪਰਮਾਤਮਾ ਵਾਹਿਗੁਰੂ ਹਰੀ ਰਾਜਾ ਅੰਦਰੋਂ ਹੀ ਬਰ ਪਾ ਲਿਆ ਗੁਰੂ ਦੇ ਰਾਹੀਂ। ਮਿਲ ਸਹੀਆਂ ਮੰਗਲ ਗਾਵਹੀ ਗੀਤ ਗੋਬਿੰਦ ਅਲਾਏ। ਨਿਸ਼ਾਨੀ ਕੀ ਹੋ ਗਈ ਜੀ? ਹੁਣ ਮਿਲ ਸਹੀਆਂ, ਅੰਦਰੋਂ ਇੰਦਰੀਆਂ, ਗਿਆਨ ਇੰਦਰੀਆਂ ਮਿਲ ਕੇ ਅੰਦਰੋਂ। ਹੁਣ ਐਂ ਦੇਖ ਲਓ ਵੀ ਇੱਕ ਤਾਂ ਵਿਆਹ ਵਾਲੇ ਮਾਹੌਲ ਦੇਖ ਲਓ, ਆਪਣੇ ਘਰ ਦਾ ਦੇਖ ਲਓ, ਜਾਂ ਜਿਹਦਾ ਵਿਆਹ ਉਹਦਾ ਦੇਖ ਲਓ ਚਿੱਤ, ਜਾਂ ਉਸ ਪਰਿਵਾਰ ਦਾ ਦੇਖ ਲਓ, ਤੇ ਦੂਜੇ ਪਾਸੇ ਜਿਹਦੇ ਨਹੀਂ ਆ ਉਹ ਦੇਖ ਲਓ। ਐਸੀ ਅਵਸਥਾ ਸਾਡੀ ਅੰਦਰਲੀ ਆ, ਵਿਆਹ ਵਾਲਾ ਮਾਹੌਲ। ਗੁਰਮੁਖ ਆ ਜਿਹੜੇ ਉਹ ਵਿਆਹ ਵਾਲੇ ਮਾਹੌਲ ਦੇ ਵਿੱਚ ਰਹਿੰਦੇ ਆ, ਜਿਹੜੇ ਮਨਮੁਖ ਆ ਉਹ ਫਿਰ ਉਲਟ ਵਾਲੇ ਮਾਹੌਲ, ਵਿਆਹ ਤੋਂ ਉਲਟ ਆਪਾਂ ਆਪ ਹੀ ਸਮਝਦੇ ਹਾਂ ਕਿ ਹਰ ਵੇਲੇ ਉਦਾਸੀਆਂ, ਸੜੇਵਾਂ, ਦੁਖੀ ਰਹਿਣਾ, ਇਸ ਤਰ੍ਹਾਂ। ਮਿਲ ਸਹੀਆਂ ਮੰਗਲ ਗਾਵਹੀ ਗੀਤ ਗੋਬਿੰਦ ਅਲਾਏ। ਇਹ ਕਿਵੇਂ ਅੰਦਰ ਗਈ, ਕਿਵੇਂ ਅੰਦਰੋਂ ਆਨੰਦ ਆਇਆ? ਪਹਿਲਾਂ ਅਸੀਂ ਇਕੱਠੇ ਹੋ ਕੇ ਬਾਹਰੋਂ ਸਖੀਆਂ ਨੇ ਗੁਰੂ ਦੇ ਗੀਤ ਗਾਏ, ਗੋਬਿੰਦ ਦੇ ਗੀਤ ਗਾਏ। ਗੁਰਬਾਣੀ ਕੀ ਹੈ? ਗੋਬਿੰਦ ਦੇ ਗੀਤ। ਇਹ ਅਲਾਏ, ਇਹ ਪੜ੍ਹੇ, ਇਹ ਸੁਣੇ, ਇਹ ਸਮਝੇ ਬਹਿ ਕੇ। ਫੇਰ ਹੀ ਇੰਦਰੀਆਂ, ਗਿਆਨ ਇੰਦਰੀਆਂ, ਜਦੋਂ ਮਨ ਕਾਬੂ ਦੇ ਵਿੱਚ ਆਇਆ, ਗਿਆਨ ਜਿਹੜਾ ਹੈ ਕੁੰਭੇ ਬੱਧਾ ਜਲ ਰਹਿ, ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਧਾ ਮਨ ਰਹਿ, ਗੁਰ ਬਿਨ ਗਿਆਨ ਨਾ ਹੋਏ। ਜਦੋਂ ਗੁਰੂ ਨਾਲ ਜੁੜੇ, ਮਨ ਕਾਬੂ ਦੇ ਵਿੱਚ ਆਇਆ, ਮਨ ਨੂੰ ਕਾਬੂ, ਮਨ ਆ ਜਿਹੜਾ ਇਹ ਜਦੋਂ ਕਾਬੂ ਦੇ ਵਿੱਚ ਆ ਗਿਆ, ਇਹਨੇ ਗੋਬਿੰਦ ਦੇ ਗੀਤ ਲਾਉਣੇ ਸ਼ੁਰੂ ਕਰ ਦਿੱਤੇ। ਅੰਦਰੋਂ ਸਾਰਾ ਕੁਛ ਹੀ, ਇੰਦਰੀਆਂ, ਗਿਆਨ ਇੰਦਰੀਆਂ, ਸਾਰੇ ਜੀ ਜੰਤੀ ਸਮਝ ਲਓ ਐਂ ਲੱਗਣ ਲੱਗ ਜਾਂਦੇ ਆ ਭਾਈ ਬਈ ਪਰਮਾਤਮਾ ਦੇ ਗੀਤ ਗਾਏ ਜਾ ਰਹੇ ਆ, ਜਦੋਂ ਅੰਦਰੋਂ ਮਨੁੱਖ ਗੀਤ ਗਾਉਂਦਾ। ਹਰ ਜਿਹਾ ਅਵਰ ਨਾ ਦਿਸੈ ਕੋਈ ਦੂਜਾ ਲਵੈ ਨਾ ਲਾਏ। ਉਹਨੂੰ ਫਿਰ ਇੰਨਾ ਆਨੰਦ ਆ ਜਾਂਦਾ ਜਦੋਂ ਅੰਦਰੋਂ ਕਪਾਟ ਖੁੱਲ੍ਹ ਜਾਂਦੇ ਆ, ਜਦੋਂ ਤੰਦਾਂ ਮਾਇਆ ਦੀਆਂ ਟੁੱਟ ਜਾਂਦੀਆਂ, ਜਦੋਂ ਕਰਮ ਕਾਂਡਾਂ ਦਾ ਜਿਹੜਾ ਜਾਲ ਪਿਆ, ਇਹ ਸਾਡਾ ਬਹੁਤ ਨੁਕਸਾਨ ਆਉਣ ਵਾਲੀ ਪੀੜ੍ਹੀ ਦਾ ਹੋ ਰਿਹਾ ਭਾਈ। ਸਾਡੀ ਅੰਦਰੋਂ ਡਿਵੈਲਪਮੈਂਟ ਨਹੀਂ ਹੋਣੀ ਜੇ ਸਾਡੇ ਬੱਚੇ ਕਰਮਕਾਂਡੀ ਰਹਿ ਗਏ। ਧਿਆਨ ਰੱਖਿਓ ਇਸ ਗੱਲ ਦਾ। ਗੁਰਬਾਣੀ ਕਰਮਕਾਂਡਾਂ ਤੋਂ ਤੋੜਦੀ ਹੈ, ਅੰਦਰੋਂ ਆਜ਼ਾਦ ਕਰਾਉਂਦੀ ਹੈ, ਖੁਦ ਮੁਖਤਿਆਰ ਬਣਾਉਂਦੀ ਹੈ। ਨਹੀਂ ਅਸੀਂ ਸਾਡੇ ਬੱਚੇ ਆ ਜਿਹੜੀ ਨਿਸ਼ਾਨੀ ਇਹ ਹੋਊਗੀ, ਉਹ ਪੈਰ ਪੈਰ 'ਤੇ ਡਰਨਗੇ ਅਤੇ ਗਾਂਹ ਦੀ ਗਾਂਹ ਜਿਹੜਾ ਹੈ ਉਹ ਨਹੀਂ ਉਸ ਤੋਂ ਆਨੰਦ ਤੋਂ ਵਾਂਝੇ ਰਹਿ ਜਾਣਗੇ। ਨਵਾਂ ਜੀਵਨ ਨਹੀਂ ਪ੍ਰਾਪਤ ਹੋਣਾ ਕਰਮਕਾਂਡਾਂ ਦੇ ਵਿੱਚ ਜਿੰਨਾ ਚਿਰ ਗੁਰੂ ਦੇ ਨਾਲ ਨਹੀਂ ਜੁੜੇ, ਗੋਬਿੰਦ ਦੇ ਗੀਤ ਨਹੀਂ ਗਾਏ। ਹਰ ਜਿਹਾ ਅਵਰ ਨਾ ਦਿਸਈ। ਹੁਣ ਕੀ ਹੋ ਗਿਆ? ਹਰੀ ਪਰਮਾਤਮਾ ਵਰਗਾ ਹੋਰ ਕੋਈ ਦੀਂਦਾ ਹੀ ਨਹੀਂ। ਜਿਹੜਾ ਕੇਰਾਂ ਗੁਰਬਾਣੀ ਨਾਲ ਜੁੜ ਗਿਆ ਨਾ, ਮੈਂ ਸਮਝਦਾ ਇਹ ਮੇਰਾ ਤਜਰਬਾ, ਜਿਹੜਾ ਚੰਗੀ ਤਰ੍ਹਾਂ ਗੁਰਬਾਣੀ ਨਾਲ ਜੁੜ ਗਿਆ, ਉਹ ਗੁਰਬਾਣੀ ਤੋਂ ਹਿੱਲ ਨਹੀਂ ਸਕਦਾ, ਗੁਰਬਾਣੀ ਤੋਂ ਪਰੇ ਜਾ ਨਹੀਂ ਸਕਦਾ। ਬਸ ਗੱਲ ਇਹ ਇੱਕ ਵਾਰੀ ਜੁੜਨ ਦਾ ਮਤਲਬ ਆ ਸਮਝਣ ਦੀ ਕੋਸ਼ਿਸ਼ ਕਰਨ ਦੀ। ਗੁਰਬਾਣੀ ਨੂੰ ਬਾਰ-ਬਾਰ ਪੜ੍ਹੋ, ਸੁਣੋ, ਸਮਝੋ। ਕਿਸੇ ਚੰਗੇ ਗੁਰਮੁਖ ਪਿਆਰਿਆਂ ਤੋਂ ਇਹ ਗੁਰਬਾਣੀ ਬਾਰੇ ਜਿਹੜਾ ਹੈ ਸੰਥਿਆ ਲਓ, ਤੇ ਫਿਰ ਇਹ ਆਨੰਦ ਆਵੇਗਾ। ਇਹ ਛੱਡ ਨਹੀਂ ਹੋਣਾ, ਕਿਉਂਕਿ ਇਹੋ ਜਿਹਾ ਹੋਰ ਕੋਈ ਦੂਜਾ ਨਹੀਂ। ਦੂਜਾ ਲਵੈ ਨਾ ਲਾਏ। ਤੇ ਗੁਰੂ ਦੇ ਸਿੱਖ ਗੁਰੂ ਤੋਂ ਬਿਨਾਂ ਹੋਰ ਕਿਸੇ ਨੂੰ ਲਵੇ ਵੀ ਨਹੀਂ ਲਾਉਂਦੇ। ਉਹਨਾਂ ਨੂੰ ਇੱਕ ਪਰਮਾਤਮਾ ਵਾਹਿਗੁਰੂ ਦੇ ਦਰਸ਼ਨ ਹੋ ਜਾਂਦੇ ਆ। ਉਹ ਕਣ ਕਣ ਦੇ ਵਿੱਚੋਂ, ਅੰਦਰੋਂ ਬਾਹਰੋਂ ਬਸ ਦੇਖਦੇ ਆ, ਉਹਨਾਂ ਦਾ ਜੀਵਨ ਆਨੰਦਿਤ ਹੋ ਜਾਂਦਾ। ਬਸ ਉਹ ਸੱਚ ਦੇ ਰਸਤੇ 'ਤੇ ਚੱਲ ਪੈਂਦੇ ਆ, ਦੁਨੀਆ ਵਾਲਾ ਰਸਤਾ ਪਿੱਛੇ ਰਹਿ ਜਾਂਦਾ ਹੈ ਜੀ। ਹਲਤ ਪਲਤ ਸੁਬਾਰੇ ਓਨ ਨਿਹਚਲ ਦਿੱਤੀ ਅਨ ਜਾਏ। ਉਹਨਾਂ ਦਾ ਹਲਤ ਤੇ ਪਲਤ, ਲੋਕ ਤੇ ਪਰਲੋਕ, ਅੰਦਰ ਤੇ ਬਾਹਰ ਸਾਰਾ ਕੁਝ ਜੀ ਸਵਰ ਜਾਂਦਾ ਹੈ। ਹਲਤ ਪਲਤ, ਇੱਥਾ ਤੇ ਉੱਥੇ। ਜੇ ਇੱਥੇ ਰਹਿੰਦੇ ਆ ਜੀਵਨ ਵੀ ਸੌਖਾ, ਤੇ ਜਿੱਥੇ ਜਾਣਾ ਉਹ ਜੀਵਨ ਵੀ ਸੌਖਾ। ਜੇ ਐਂ ਲਾ ਲਈਏ ਅੱਜ ਤੋਂ ਹੀ ਸੁਖੀ ਹੋ ਜਾਵਾਂਗੇ, ਕਿਉਂਕਿ ਗੁਰਮੁਖ ਪਿਆਰਿਓ ਕੱਲ੍ਹ ਦੇ ਵਿੱਚੋਂ ਅੱਜ ਨਿਕਲਦਾ, ਅੱਜ ਦੇ ਵਿੱਚੋਂ ਅਗਲਾ ਨਿਕਲੇਗਾ, ਭਵਿੱਖ ਨਿਕਲੇਗਾ। ਅਗਰ ਭਵਿੱਖ ਸਵਾਰਨਾ ਚਾਹੁੰਦੇ ਆ, ਅਗਰ ਭਵਿੱਖ ਸੁਖੀ ਕਰਨਾ ਚਾਹੁੰਦੇ ਆ, ਤਾਂ ਵਰਤਮਾਨ ਦੇ ਵਿੱਚ ਸਬਰਨਾ ਪਵੇਗਾ। ਅੱਜ ਹੀ ਸਬਰਨਾ ਪਵੇਗਾ।
ਹੁਣ ਹੀ ਸਬਰਨਾ ਪਵੇਗਾ, ਹੁਣ ਹੀ ਗੁਰੂ ਦੀ ਗੱਲ ਮੰਨਣੀ ਪਵੇਗੀ। ਜੇ ਹਲਤ ਪਲਤ ਸਵਾਰਨਾ ਚਾਹੁੰਦੇ ਆ ਤਾਂ ਹਲਤ ਪਲਤ ਸਵਾਰਿਓਨ, ਉਹ ਗੁਰਮੁਖ ਪਿਆਰਿਆਂ ਦਾ ਹਲਤ ਪਲਤ ਲੋਕ ਪਰਲੋਕ ਸਾਰਾ ਸਬਰ ਜਾਂਦਾ ਹੈ। ਨਿਹਚਲ ਦਿੱਤੀ ਨ ਜਾਏ, ਉਹਨਾਂ ਦਾ ਮਨ ਟਿਕਾਊ ਦੇ ਵਿੱਚ ਆ ਜਾਂਦਾ, ਮਨ ਡੋਲਦਾ ਨਹੀਂ। ਕਿਉਂਕਿ ਮਨ ਕਿਉਂ ਡੋਲਦਾ? ਮਨ ਦੇ ਡੋਲਣ ਦਾ ਕਾਰਨ ਵੀ ਦੱਸਿਆ ਗਿਆ। ਕਬੂ ਜੀੜਾ ਉਬ ਚੜ੍ਹਤਾ ਕਬੂ ਜਾਏ ਪਿਆਲੇ, ਲੋਭੀ ਜੀੜਾ ਥਿਰ ਨਾ ਰਹਿਤਾ ਚਾਰੇ ਕੁੰਟਾਂ ਭਾਲੇ। ਉਹਨਾਂ ਦਾ ਲੋਭ ਅੰਦਰੋਂ ਖਤਮ ਹੋ ਜਾਂਦਾ ਹੈ, ਲੋਭ ਰਤ ਵਿੱਚੋਂ ਜਾਏ ਨਿਕਲ ਜਾਂਦੀ ਹੈ, ਉਹਨਾਂ ਦਾ ਮਨ ਟਿਕਾਊ ਦੇ ਵਿੱਚ ਆ ਜਾਂਦਾ ਹੈ। ਕਿਹਨਾਂ ਦਾ? ਜਿਹੜੇ ਸ਼ਬਦ ਦੇ ਨਾਲ ਜੁੜ ਜਾਂਦੇ ਹਨ। ਕਿਸ ਤਰ੍ਹਾਂ ਜੀ? ਜੋ ਮੰਦਰ ਕੋ ਥੰਮੈ ਥੰਮਨ, ਗੁਰ ਕਾ ਸ਼ਬਦ ਮਨਹਿ ਅਸਥੰਮਨ। ਭਾਈ ਜਿਵੇਂ ਮੰਦਰ ਹੁੰਦਾ, ਬਿਲਡਿੰਗ ਲਾ ਲਈਏ ਆਪਾਂ, ਥੰਮੀਆਂ ਤੋਂ ਬਿਨਾਂ ਰੁਕ ਨਹੀਂ ਸਕਦੀ, ਥੰਮੀਆਂ ਨਾਲ ਰੁਕ ਜਾਂਦੀ ਹੈ। ਇਸੇ ਤਰ੍ਹਾਂ ਮਨ ਦਾ ਉੱਤੇ ਥੱਲੇ ਹੋਣਾ ਗੁਰੂ ਦੇ ਸ਼ਬਦ ਨਾਲ ਭਾਈ ਰੁਕ ਸਕਦਾ। ਜਿਹੜੇ ਸ਼ਬਦ ਨਾਲ ਜੁੜ ਜਾਂਦੇ ਆ ਉਹਨਾਂ ਦਾ ਮਨ ਟਿਕ ਜਾਂਦਾ, ਚੌਥੇ ਪਦ ਵਿੱਚ ਪਹੁੰਚ ਜਾਂਦਾ, ਨਿਹਚਲ ਜਗ੍ਹਾ ਤੇ ਪਹੁੰਚ ਜਾਂਦਾ। ਉਹਨਾਂ ਦਾ ਕਾਰਜ ਸਾਰਾ ਅੰਦਰਲਾ ਸਫਲ ਹੋ ਜਾਂਦਾ। ਜਿਸ ਕਾਰਜ ਨੂੰ ਆਏ ਸੀ ਦੁਨੀਆ ਤੇ ਉਹ ਕਾਰਜ ਉਹਨਾਂ ਦਾ ਹੋ ਜਾਂਦਾ। ਉਸ ਤੋਂ ਬਾਅਦ ਉਹਨਾਂ ਦਾ ਜੀਵਨ ਆਨੰਦਿਤ ਹੁੰਦਾ, ਪਰ ਉਪਕਾਰੀ ਹੁੰਦਾ, ਇੱਕ ਸਿੱਖ ਵਾਲਾ ਹੁੰਦਾ, ਚੰਗੇ ਮਨੁੱਖ ਵਾਲਾ ਹੁੰਦਾ। ਸੰਸਾਰ ਸਾਗਰ ਤੇ ਰੱਖਿਅਨ ਬਹੁੜ ਨ ਜਨਮੈ ਤਾਏ। ਉਹ ਸੰਸਾਰੀ ਬਿਰਤੀਆਂ ਤੋਂ, ਮਾਇਆਵਾਦੀ ਬਿਰਤੀਆਂ ਤੋਂ, ਪਦਾਰਥਵਾਦੀ ਬਿਰਤੀਆਂ ਤੋਂ, ਵਹਿਮਾਂ ਭਰਮਾਂ ਤੌਖਲਿਆਂ ਤੋਂ ਉੱਪਰ ਹੋ ਜਾਂਦੇ ਹਨ। ਉਹ ਰੱਖੇ ਜਾਂਦੇ ਆ, ਪ੍ਰਮਾਤਮਾ ਉਹਨਾਂ ਦੀ ਵਾਹਿਗੁਰੂ ਰੱਖਿਆ ਕਰਦਾ। ਬਹੁੜ ਨਾ ਜਨਮੈ ਧਾਏ। ਇੱਥੋਂ ਤੱਕ ਜਿਹੜੇ ਗੁਰਬਾਣੀ ਨਾਲ ਜੁੜ ਕੇ ਆਪਣੇ ਅੰਦਰਲਾ ਕਾਰਜ ਕਰ ਲੈਂਦੇ ਆ, ਉਹ ਆਪਣੇ ਆਪ ਮੁਕਤੀ ਆਪਣੀ ਪ੍ਰਾਪਤ ਕਰ ਲੈਂਦੇ ਆ। ਮੋਏ ਹੋਏ ਜੋ ਮੁਕਤ ਦਿਓਗੇ, ਮੁਕਤ ਨਾ ਜਾਣੈ ਕੋਇਲਾ। ਉਹ ਇੱਥੇ ਹੀ ਮੁਕਤੀ ਲੈਂਦੇ ਆ। ਬਹੁੜ ਨਾ ਜਨਮੈ ਧਾਏ, ਉਹ ਜਨਮਾਂ ਜਨਮਾਂਤਰਾਂ ਦੇ ਵਿੱਚ ਨਹੀਂ ਪੈਂਦੇ। ਜਿਨ੍ਹਾਂ ਦਾ ਅੰਦਰਲਾ ਕਾਰਜ ਹੋ ਜਾਂਦਾ, ਬਾਕੀ ਰਹਿੰਦਾ ਜੀਵਨ ਆਨੰਦਿਤ ਬਣ ਜਾਂਦਾ। ਮੌਤ ਤੋਂ ਬਾਅਦ ਸਿੱਧੇ ਪਰਮਾਤਮਾ ਆਤਮਾ ਪਰਮਾਤਮਾ ਦੇ ਨਾਲ ਮਿਲ ਜਾਂਦੀ ਹੈ। ਕਿਉਂ? ਕਿਉਂਕਿ ਅੰਦਰੋਂ ਹੀ ਮਿਲ ਜਾਂਦੀ ਆ, ਹੁਣੇ ਹੀ ਮਿਲ ਜਾਂਦੀ ਆ, ਆਪਣਾ ਕਾਰਜ ਹੋ ਜਾਂਦਾ। ਉਸ ਬੱਚੇ ਨੂੰ ਫਿਕਰ ਹੋਊਗਾ ਸਕੂਲ ਖੁੱਲ੍ਹਣ ਦਾ, ਜਿਸ ਬੱਚੇ ਨੇ ਸਕੂਲ ਦਾ ਕੰਮ ਨਾ ਕੀਤਾ ਹੋਵੇ। ਜਿਸ ਬੱਚੇ ਨੇ ਕੰਮ ਕਰ ਲਿਆ ਸਕੂਲ ਦਾ, ਉਹਨੂੰ ਸਕੂਲ ਖੁੱਲ੍ਹਣ ਦਾ ਕੋਈ ਫਿਕਰ ਨਹੀਂ ਹੋਵੇਗਾ। ਜਿਸ ਬੰਦੇ ਦਾ ਅੰਦਰਲਾ ਕਾਰਜ ਨਹੀਂ ਹੋਵੇਗਾ, ਉਹਨੂੰ ਮੌਤ ਤੋਂ ਡਰ ਲੱਗੇਗਾ। ਮੌਤ ਤੋਂ ਡਰਦਾ ਉਹ ਕਰਮ ਕਾਂਡ ਕਰੇਗਾ। ਜਿਸ ਮਨੁੱਖ ਦਾ ਕੰਮ ਹੋ ਜਾਵੇਗਾ, ਉਹਨੂੰ ਪਤਾ ਲੱਗ ਜਾਵੇਗਾ ਇੱਕ ਨਾ ਇੱਕ ਦਿਨ ਆਉਣੀ ਆਉਣੀ ਆ, ਇੱਕ ਨਾ ਇੱਕ ਦਿਨ ਜਾਣਾ ਹੀ ਜਾਣਾ। ਜਿੰਨਾ ਚਿਰ ਹੈਗਾ ਉਨਾ ਚਿਰ ਜੀਵਨ ਦਾ ਆਨੰਦ ਪ੍ਰਾਪਤ ਕਰਾਂ। ਅਤੇ ਉਹ ਜਿਨ੍ਹਾਂ ਦਾ ਕਾਰਜ ਹੋ ਜਾਂਦਾ, ਉਹ ਜਨਮਾਂ ਜਨਮਾਂਤਰਾਂ ਦੇ ਵਿੱਚ ਨਹੀਂ ਪੈਂਦੇ ਭਾਈ। ਜਿਹੜੇ ਗੁਰੂ ਦੇ ਲੜ ਲੱਗ ਜਾਂਦੇ ਆ, ਗੁਰੂ ਦੇ ਮੁਤਾਬਕ ਚੱਲ ਪੈਂਦੇ ਹਨ। ਜਿਹਵਾ ਏਕ ਅਨੇਕ ਗੁਣ ਤਰੇ ਨਾਨਕ ਚਰਣੀ ਪਾਏ। ਮੈਂ ਤਾਂ ਜੀ ਬਹੁਤ ਲੇਟ ਹੋ ਗਿਆ, ਮੇਰੇ ਕੋਲ ਤਾਂ ਇੱਕੋ ਹੀ ਜੀਭ ਆ ਅਤੇ ਲੇਟ ਵੀ ਬਹੁਤ ਹੋ ਗਿਆ, ਗਾਉਣਾ ਅਨੇਕਾਂ ਹੀ, ਅਤੇ ਹੁਣ ਮੈਂ ਕਿਵੇਂ ਗਾਵਾਂ ਮੇਰੇ ਵਾਸਤੇ? ਕਹਿੰਦੇ ਚਰਨੀ ਪੈ ਜਾ ਓਏ। ਅਬ ਹਮ ਚੱਲੀ ਠਾਕਰ ਪੈ ਹਾਰ, ਉਹ ਜਬ ਹਮ ਸ਼ਰਨ ਪ੍ਰਭੂ ਕੀ ਆਈ, ਰਾਖ ਪ੍ਰਭੂ ਭਾਵੇਂ ਮਾਰ। ਮੇਰੀ ਤਾਂ ਜੀ ਇੱਕ ਜੀਭ ਆ, ਤੁਹਾਡੇ ਅਨੇਕ ਗੁਣ ਆ। ਭਾਵ ਹੇ ਪ੍ਰਮਾਤਮਾ, ਹੇ ਵਾਹਿਗੁਰੂ ਜੀ, ਤੁਸੀਂ ਖੰਡਾਂ ਬ੍ਰਹਮੰਡਾਂ ਦੇ ਮਾਲਕ ਹੋ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ, ਤੁਸੀਂ ਵੀ ਖੰਡਾਂ ਬ੍ਰਹਮੰਡਾਂ ਦੇ ਮਾਲਕ ਹੋ। ਮੈਂ ਇੱਕ ਨਿਮਾਣਾ, ਮੈਂ ਇੱਕ ਕੀੜਾ, ਮੈਂ ਇੱਕ ਵਿਗੜਿਆ ਹੋਇਆ ਤੁਹਾਡੇ ਦਰ 'ਤੇ ਆ ਗਿਆ। ਬਸ ਇੱਕੋ ਹੀ ਨੁਕਤਾ, ਨਾਨਕ ਚਰਣੀ ਪਾਏ। ਚਰਨਾਂ ਦੇ ਵਿੱਚ ਡਿੱਗ ਪਿਆ, ਚੰਗਾ ਮੰਦਾ ਬਸ ਤੇਰਾ ਹੀ ਬੰਦਾ। ਜੇ ਕਿਤੇ ਬਣ ਜੀਏ ਤੇ ਫਿਰ ਗੁਰੂ ਗੁਰਮੁਖ ਬਣਾ ਕੇ ਅੰਦਰੋਂ ਫਿਰ ਕੱਢਦੇ ਆ। ਵਧੀਆ ਜੀਵਨ ਸਾਨੂੰ ਫਿਰ ਪ੍ਰਾਪਤ ਹੁੰਦਾ। ਫਲ ਗੁਣ ਨਿਤ ਸਲਾਹੀ ਹੈ, ਜਿਸ ਨੂੰ ਤਿਲ ਨਾ ਤਮਾਏ। ਫਲ ਗੁਣ ਦੇ ਮਹੀਨੇ ਦੇ ਵਿੱਚ ਭਾਈ ਇਹੀ ਕਰਨਾ ਕਿ ਹਰ ਰੋਜ਼ ਨਿਤ ਉਹ ਪ੍ਰਮਾਤਮਾ ਵਾਹਿਗੁਰੂ ਅਕਾਲ ਪੁਰਖ ਦੀ ਸਲਾਹੁਤਾ ਕਰਨੀ ਹੈ। ਭਾਵ ਸਿੱਖਾਂ ਨੇ ਗੁਰਬਾਣੀ ਦੇ ਨਾਲ ਜੁੜਨਾ। ਕਿਹੜੇ ਪ੍ਰਮਾਤਮਾ ਵਾਹਿਗੁਰੂ ਦੇ ਵੱਲ ਨੂੰ ਜਾਣਾ? ਜਿਹਨੂੰ ਤਿਲ ਨਾ ਤਮਾਏ, ਇੱਕ ਤਿਲ ਜਿੰਨੀ ਵੀ ਤਮਾ ਨਹੀਂ, ਤਾਂ ਕਿ ਸਾਡੇ ਅੰਦਰੋਂ ਵੀ
ਤਮਾ ਜਿਹੜੀ ਆ ਨਿਕਲ ਜਾਵੇ। ਤਮਾ ਹੀ ਆ ਜਿਹੜੀ ਨਾ ਬੰਦੇ ਨੂੰ ਇਹ ਅਖੀਰ ਤੱਕ ਭਜਾਈ ਫਿਰਦੀ ਹੈ। ਉਹ ਪਰਮਾਤਮਾ, ਉਹਨੂੰ ਤਿਲ ਜਿੰਨੀ ਵੀ ਤਮਾ ਨਹੀਂ। ਹੁਣ ਇੱਥੇ ਤੱਕ ਨਹੀਂ ਰੁਕਣਾ ਅਸੀਂ ਵੀ ਉਹਨੂੰ ਤਾਂ ਤਿਲ ਜਿੰਨੀ ਤਮਾ ਨਹੀਂ। ਹੁਣ ਇਹਦਾ ਅਰਥ, ਕਿਉਂਕਿ ਗੁਰਬਾਣੀ ਦਾ ਇੱਕੋ ਇੱਕ ਨੁਕਤਾ ਜੋ ਮੈਂ ਸਮਝਿਆ ਜਾਂ ਕੱਢਿਆ ਜਾਂ ਮੈਨੂੰ ਪਤਾ ਲੱਗਿਆ ਕਿ ਇਹੀ ਆ ਕਿ ਗੁਰਬਾਣੀ ਮੈਨੂੰ ਸਮਝਾ ਰਹੀ ਹੈ। ਹੁਣ ਮੈਂ ਕੀ ਸਮਝਣਾ, ਉਹ ਤਿਲ ਨਾ ਤਮਾਏ ਦੇ ਨਾਲ ਜੁੜਨਾ ਕਿ ਉਹਨੂੰ ਤਿਲ ਜਿੰਨੀ ਵੀ ਤਮਾ ਨਹੀਂ ਪਰਮਾਤਮਾ ਵਾਹਿਗੁਰੂ ਨੂੰ, ਮੈਂ ਉਹਦੇ ਨਾਲ ਜੁੜਨਾ ਤਾਂ ਕਿ ਮੈਨੂੰ ਵੀ ਤਮਾ ਨਾ ਰਹੇ, ਮੇਰੀ ਤਮਾ ਵੀ ਖਤਮ ਹੋ ਜਾਵੇ, ਮੈਨੂੰ ਆਨੰਦਿਤ ਜੀਵਨ ਪ੍ਰਾਪਤ ਹੋ ਜਾਵੇ। ਆ ਕਰਨਾ ਭਾਈ। ਸਾਰੀ ਗੁਰਬਾਣੀ, ਸਾਰੇ ਮਹੀਨਿਆਂ ਦੀ ਵਿਚਾਰ ਬਸ ਉਹ ਪਰਮਾਤਮਾ ਵਾਹਿਗੁਰੂ ਦੇ ਨਾਲ ਹੀ ਜੋੜਦੀ ਹੈ। ਜਿਨ੍ਹਾਂ ਨੇ ਇਹ ਕਾਰਜ ਕਰ ਲਿਆ, ਫਿਰ ਅਖੀਰ ਦੇ ਵਿੱਚ ਇੱਕ ਜਿਹੜਾ ਹੈਗਾ ਸ਼ਬਦ ਆ, ਜਿਨ ਜਿਨ ਨਾਮ ਧਿਆਏ ਆ ਤਿਨ ਕੇ ਕਾਜ ਸਰੇ। ਜਿਹਨੇ ਇਹ ਨਾਮ ਦੇ ਨਾਲ ਧਿਆਨ ਜੋੜ ਲਿਆ, ਜਿਹੜੇ ਸਿੱਖ ਨੇ ਗੁਰਬਾਣੀ ਦੇ ਰਾਹੀਂ ਨਾਮ ਧਿਆ ਲਿਆ, ਗੁਰੂ ਦੇ ਨਾਲ ਜੁੜ ਗਿਆ, ਉਹਨਾਂ ਦੇ ਅੰਦਰਲੇ ਕਾਰਜ ਸਰ ਜਾਂਦੇ ਆ। ਹਰ ਗੁਰ ਪੂਰਾ ਆਰਾਧਿਆ ਦਰਗਾਹ ਸੱਚ ਖਰੇ। ਜਿਨ੍ਹਾਂ ਨੇ ਪੂਰੇ ਗੁਰੂ ਦੀ ਆਰਾਧਨਾ ਕੀਤੀ, ਜਿਹੜੇ ਗੁਰਬਾਣੀ ਨਾਲ ਜੁੜ ਗਏ, ਉਹ ਦਰਗਾਹ ਦੇ ਵਿੱਚ ਐ ਸਮਝ ਲਓ ਪੰਜ ਪ੍ਰਵਾਨ ਪੰਜ ਪ੍ਰਧਾਨ ਪੰਚੇ ਪਾਵੈ ਹੈ ਦਰਗਾਹ ਮਾਨ। ਉਹ ਸੱਚੇ ਹੋ ਕੇ ਦਰਗਾਹ ਦੇ ਵਿੱਚ ਐਨ ਸੰਗ ਖੜੇ ਦਿਸਦੇ ਆ। ਸਰਬ ਸੁਖਾਂ ਨਿਧ ਚਰਨ ਹਰ ਭੌਜਲ ਬਿਖਮ ਤਰੇ। ਸਾਰੇ ਸੁੱਖਾਂ ਦੀ ਪ੍ਰਾਪਤੀ ਹੋ ਜਾਂਦੀ ਹੈ, ਸਾਰਾ ਕੁਝ ਪ੍ਰਾਪਤ ਹੋ ਜਾਂਦਾ ਹਰੀ ਦੇ ਚਰਨਾਂ ਨਾਲ ਜੁੜਨ ਦਾ। ਭਉ ਜਲ, ਫਿਰ ਭਵ ਤੋਂ ਜਲ, ਇਹ ਬਣਿਆ ਡਰਾਂ ਦਾ ਜਲ, ਕਰਮ ਕਾਂਡਾਂ ਦਾ ਜਲ। ਇਹ ਬਿਖਮ ਆ, ਬੜਾ ਔਖਾ ਭਾਈ ਇਹਦੇ ਵਿੱਚੋਂ ਨਿਕਲਣਾ। ਗੁਰੂ ਦੀ ਕਿਰਪਾ ਤੋਂ ਬਿਨਾਂ, ਗੁਰ ਪ੍ਰਸਾਦ ਤੋਂ ਬਿਨਾਂ ਨਿਕਲਿਆ ਨਹੀਂ ਜਾ ਸਕਦਾ। ਜਿਹੜੇ ਗੁਰੂ ਨਾਲ ਜੁੜ ਜਾਂਦੇ ਆ ਉਹ ਭੌਜਲ ਬਿਖਮ ਤਰੇ ਤਰ ਜਾਂਦੇ ਆ। ਪ੍ਰੇਮ ਭਗਤ ਤਿਨ ਪਾਈ ਹੈ ਵਿਖਿਆ ਨਾਹੀਂ ਜਰੇ। ਉਹਨਾਂ ਨੂੰ ਪ੍ਰੇਮਾ ਭਗਤੀ ਪ੍ਰਾਪਤ ਹੋ ਜਾਂਦੀ ਹੈ, ਉਹਨਾਂ ਦੇ ਅੰਦਰ ਵਿਖਿਆ ਨਹੀਂ ਰਹਿੰਦੀ, ਸੜੇਮਾ ਨਹੀਂ ਰਹਿੰਦਾ, ਉਹ ਅੰਦਰੋਂ ਜਲਦੇ ਨਹੀਂ, ਅੰਦਰੋਂ ਸ਼ਾਂਤ ਹੋ ਜਾਂਦੇ ਆ। ਕੂੜ ਗਏ ਦੁਬਦਾ ਨੱਸੀ। ਉਹਨਾਂ ਦੇ ਅੰਦਰੋਂ ਕੂੜ ਖਤਮ ਹੋ ਜਾਂਦਾ, ਦੁਬਦਾ ਵਿਛੋੜਾ ਨੱਸਿਆ ਖਤਮ ਹੋ ਜਾਂਦਾ। ਪੂਰਨ ਸੱਚ ਭਰੇ। ਜਦੋਂ ਮਨ ਪਰਮਾਤਮਾ ਨਾਲ ਜੁੜ ਗਿਆ, ਜਦੋਂ ਮਨ ਸੱਚ ਨਾਲ ਜੁੜ ਗਿਆ, ਸਾਰੇ ਇੰਦਰੇ ਗਿਆਨ ਇੰਦਰੇ ਸੱਚ ਨਾਲ ਭਰ ਜਾਂਦੇ ਹਨ। ਪਾਰ ਬ੍ਰਹਮ ਪ੍ਰਭ ਸੇਵਦੇ ਮਨ ਅੰਦਰ ਏਕ ਧਰੇ। ਉਹ ਪਾਰ ਬ੍ਰਹਮ ਵਾਹਿਗੁਰੂ ਅਕਾਲ ਪੁਰਖ ਨੂੰ ਯਾਦ ਕਰਦੇ ਆ ਹਰ ਵੇਲੇ। ਮਨ ਦੇ ਵਿੱਚ ਬਸ ਇੱਕੋ ਦਾ ਹੀ ਧਿਆਨ ਆ ਕਿ ਸਾਰਾ ਪਸਾਰਾ ਉਸ ਇੱਕੋ ਦਾ ਹੀ ਆ, ਉਹ ਇੱਕੋ ਮੇਰੇ ਅੰਦਰ ਆ। ਮਹਾ ਦਿਵਸ ਮੂਰਤ ਭਲੇ। ਸਾਰੇ ਮਾਹ ਮਹੀਨੇ ਭਲੇ ਆ, ਸਾਰੇ ਦਿਨ ਭਲੇ ਆ, ਸਾਰੀਆਂ ਮੂਰਤ ਹੁੰਦਾ ਘੜੀਆਂ ਭਲੀਆਂ ਭਾਈ। ਜਿਸ ਕੋ ਨਦਰ ਕਰੇ, ਜਿਹਦੇ ਤੇ ਨਦਰ ਕਰ ਦੇਵੇ, ਜਿਹੜਾ ਨਦਰ ਲੈ ਲਵੇ। ਨਦਰ ਲੈਣ ਦੀ ਕੋਸ਼ਿਸ਼ ਅਸੀਂ ਕਰਨੀ ਹੈ, ਤੇ ਜਦੋਂ ਨਦਰ ਹੋ ਗਈ ਸਾਰਾ ਕੁਝ ਹੀ ਭਲਾ। ਨਾਨਕ ਮੰਗਹਿ ਦਰਸ਼ਦਾਨ ਕਿਰਪਾ ਕਰੋ ਹਰੇ। ਪੰਜਵੇਂ ਨਾਨਕ ਜੀ ਸਮਝਾ ਰਹੇ ਹਨ ਕਿ ਹੇ ਪ੍ਰਮਾਤਮਾ ਵਾਹਿਗੁਰੂ ਜੀ, ਕਿਹੜਾ ਦਾਨ ਦਿਓ ਮੈਨੂੰ? ਆਪਣੇ ਦਰਸ਼ਨਾਂ ਦਾ ਦਾਨ ਦਿਓ, ਕਿਰਪਾ ਕਰੋ ਹਰੇ। ਸਾਡੇ ਤੇ ਵੀ ਗਰੀਬਾਂ ਤੇ, ਨਿਮਾਣਿਆਂ ਤੇ, ਨਤਾਣਿਆਂ ਤੇ ਕਿਰਪਾ ਕਰ ਦੇਵੋ, ਸਾਨੂੰ ਵੀ ਹਰੇ ਭਰੇ ਕਰ ਦੇਵੋ, ਸਾਡਾ ਵੀ ਵਿਛੋੜਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਖਤਮ ਕਰ ਦੇਵੋ। ਇਹ ਸੀ ਭਾਈ ਸਾਰੀ ਗੁਰਬਾਣੀ ਦੀ ਮਹੀਨਿਆਂ ਦੀ ਵਿਚਾਰ। ਬਸ ਮਕਸਦ ਇੱਕੋ ਹੀ ਹੈ ਸਾਰੀ ਗੁਰਬਾਣੀ ਦਾ, ਤੇ ਟੁੱਟੀ ਹੋਈ ਆਤਮਾ ਨੂੰ ਪਰਮਾਤਮਾ ਨਾਲ ਜੋੜਨਾ। ਉਹ ਤੋਂ ਬਾਅਦ ਜੀਵਨ ਆਨੰਦ ਹੀ ਆਨੰਦਿਤ ਹੋ ਜਾਂਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਸਾਰਿਆਂ ਤੇ ਕਿਰਪਾ ਕਰਨ, ਸਾਰਿਆਂ ਦਾ ਜੀਵਨ ਸੁਖੀ ਹੋ ਜਾਵੇ। ਆਨੰਦ ਮਾਣੋ, ਕਿਉਂਕਿ ਇਹ ਜਗਤ ਤੇ ਬਾਰ-ਬਾਰ ਨਹੀਂ ਆਉਣਾ ਭਾਈ। ਹੁਣੇ ਹੀ ਆਪਣੇ ਆਪ ਨੂੰ ਸਵਾਰਨਾ ਪਵੇਗਾ ਤਾਂ ਕਿ ਸਾਡਾ ਜੀਵਨ ਆਨੰਦਿਤ ਹੋ ਜਾਵੇ। ਇੱਕੋ ਵਾਰੀ ਇਹ ਮੌਕਾ ਮਿਲਿਆ, ਬਾਰ-ਬਾਰ ਨਹੀਂ ਮਿਲਣਾ। ਇਸ ਕਰਕੇ ਦੁੱਖਾਂ ਤਕਲੀਫਾਂ ਦੇ ਵਿੱਚ ਜ਼ਿੰਦਗੀ ਨਾ ਕੱਟੀਏ। ਆਤਮਿਕ ਸੁੱਖਾਂ ਦੀ ਪ੍ਰਾਪਤੀ ਕਰਨੀ ਹੈ ਤਾਂ ਗੁਰੂ ਨਾਲ ਜੁੜੀਏ, ਆਪ ਵੀ ਗੁਰਬਾਣੀ ਨਾਲ ਜੁੜੋ ਤੇ ਆਪਣੇ ਬੱਚਿਆਂ ਨੂੰ ਵੀ ਗੁਰਬਾਣੀ ਨਾਲ ਜੋੜੋ ਭਾਈ। ਹੋਈਆਂ ਭੁੱਲਾਂ ਗਲਤੀਆਂ ਕਮੀਆਂ ਦੀ ਮਾफ़ੀ ਬਖਸ਼ਣਾ ਜੀ। ਆਓ ਗੱਜ ਕੇ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।